ਸਤਿ ਸ਼੍ਰੀ ਅਕਾਲ ਦੋਸਤੋ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਵਿਦਿਆ ਮੰਦਿਰ ਉੱਤੇ। ਅੱਜ ਅਸੀਂ ਗੱਲ ਕਰਾਂਗੇ ਇੰਡੀਆ ਦੇ ਕੋਸਟਲ ਪਲੇਨਸ ਬਾਰੇ। ਤੱਟ ਦੇ ਮੈਦਾਨ ਜੋ ਇੰਡੀਆ ਦੇ ਨੇ ਉਹਨਾਂ ਬਾਰੇ ਗੱਲ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਦੇ ਉੱਤੇ ਵੀਡੀਓਜ਼ ਕੁਝ ਪੋਸਟ ਕੀਤੀਆਂ ਨੇ ਕਿ ਜੇ ਤੁਸੀਂ ਉਹ ਪ੍ਰੀਵੀਅਸ ਵੀਡੀਓ ਹਜੇ ਤੱਕ ਨਹੀਂ ਦੇਖੀ ਤਾਂ ਪਲੀਜ਼ ਵਿਦਿਆ ਮੰਦਿਰ ਚੈਨਲ ਦੇ ਉੱਤੇ ਜਾਓ, ਉੱਥੇ ਉਹ ਵੀਡੀਓ ਜਾਓ ਦੇਖੋ। ਜੇ ਚੰਗੀਆਂ ਲੱਗੀਆਂ ਤਾਂ ਪਲੀਜ਼ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ, ਫਾਰਵਰਡ ਕਰਿਓ ਇਹਨਾਂ ਨੂੰ। ਅੱਜ ਅਸੀਂ ਗੱਲ ਕਰਾਂਗੇ ਤੱਟ ਦੇ ਮੈਦਾਨ ਦਾ ਕੋਸਟਲ ਪਲੇਨ ਆਫ ਇੰਡੀਆ। ਪ੍ਰਾਇਦੀਪੀ ਪਠਾਰ ਨੂੰ ਤਿੰਨ ਪਾਸੇ ਤੋਂ ਗੁਜਰਾਤ ਦੇ ਕੱਛ ਖੇਤਰ ਤੋਂ ਲੈ ਕੇ ਕੰਨਿਆ ਕੁਮਾਰੀ ਰਾਹੀਂ ਮਹਾਨਦੀ ਦੇ ਡੈਲਟੇ ਤੱਕ ਸਮੁੰਦਰੀ ਤੱਟ ਦੇ ਨਾਲ-ਨਾਲ ਇੱਕ ਲੰਮੀ ਅਤੇ ਨੀਵੇਂ ਮੈਦਾਨ ਨੇ ਘੇਰਿਆ ਹੋਇਆ ਹੈ। ਇਹਨਾਂ ਮੈਦਾਨਾਂ ਦਾ ਜਨਮ ਸਮੁੰਦਰ ਜਾਂ ਨਦੀਆਂ ਦੀ ਨਿਖੇਪ ਅਤੇ ਸਮੁੰਦਰੀ ਤੱਟਾਂ ਦੇ ਉੱਚਾ ਉੱਠਣ ਜਾਂ ਧਸਣ ਇਮਰਜੈਂਸ ਜਾਂ ਸਬਮਰਜੈਂਸ ਦੁਆਰਾ ਹੋਇਆ ਹੈ। ਪ੍ਰਾਇਦੀਪ ਪਠਾਰ ਦੇ ਪੂਰਬ ਅਤੇ ਪੱਛਮੀ ਕਿਨਾਰਿਆਂ ਤੇ ਬਣੇ ਤਟਵਰਤੀ ਮੈਦਾਨਾਂ ਵਿੱਚ ਕਾਫੀ ਵਿਭਿੰਨਤਾ ਮਿਲਦੀ ਹੈ। ਪੱਛਮੀ ਮੈਦਾਨ ਪੂਰਬੀ ਮੈਦਾਨਾਂ ਦੇ ਮੁਕਾਬਲੇ ਵਿੱਚ ਘੱਟ ਚੌੜੇ, ਜ਼ਿਆਦਾ ਸਿੱਲੇ, ਤੰਗ ਘਾਟੀਆਂ, ਸਮੁੰਦਰੀ ਲੈਗੂਨ, ਝੀਲਾਂ, ਦਲਦਲੀ ਖੇਤਰ ਅਤੇ ਸਮਾਨਾਂਤਰ ਭਿੱਤੀਆਂ ਵਾਲੇ ਹਨ। ਇਸ ਪ੍ਰਕਾਰ ਸਥਿਤੀ ਦੇ ਆਧਾਰ ਤੇ ਦੇਸ਼ ਦੇ ਤਟਵਰਤੀ ਮੈਦਾਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ: ਪੱਛਮੀ ਤੱਟ ਦੇ ਮੈਦਾਨ ਅਤੇ ਪੂਰਬੀ ਤੱਟ ਦੇ ਮੈਦਾਨ। ਇੱਥੇ ਦੋਸਤੋ ਗੱਲ ਕੀਤੀ ਜਾ ਰਹੀ ਹੈ ਸਾਡੇ ਕੋਸਟਲ ਪਲੇਨਸ ਦੀ। ਉਹ ਦੱਸ ਰਹੇ ਨੇ ਕਿ ਗੁਜਰਾਤ ਦੇ ਰਨ ਆਫ ਕੱਛ ਤੋਂ ਲੈ ਕੇ ਉਹ ਕੰਨਿਆ ਕੁਮਾਰੀ ਤੱਕ ਸਮੁੰਦਰ ਦੇ ਨਾਲ-ਨਾਲ ਜੋ ਸਾਨੂੰ ਪਲੇਨ ਏਰੀਆ ਮਿਲਦਾ ਹੈ ਉਹਨਾਂ ਨੂੰ ਹੀ ਅਸੀਂ ਤੱਟ ਦੇ ਮੈਦਾਨ ਕਹਿੰਦੇ ਹਾਂ। ਇਹ ਜੋ ਤੱਟ ਦੇ ਮੈਦਾਨ ਨੇ ਇਹਨਾਂ ਦਾ ਜਨਮ ਜਾਂ ਤਾਂ ਧਰਤੀ ਦੇ ਸਮੁੰਦਰ ਤਲ ਤੋਂ ਉੱਪਰ ਉੱਠ ਜਾਣ ਨਾਲ ਜਾਂ ਸਮੁੰਦਰ ਲੈਵਲ ਤੋਂ ਨੀਚੇ ਧਸ ਜਾਣ ਨਾਲ ਹੋਇਆ। ਹੁਣ ਹੈ ਕਿ ਪੂਰਬ ਦੇ ਮੈਦਾਨ ਤੇ ਪੱਛਮ ਦੇ ਮੈਦਾਨਾਂ ਵਿੱਚ ਸਾਨੂੰ ਬਹੁਤ ਜ਼ਿਆਦਾ ਭਿੰਨਤਾ ਦੇਖਣ ਨੂੰ ਮਿਲਦੀ ਹੈ। ਜੋ ਸਾਨੂੰ ਪੱਛਮ ਦੇ ਮੈਦਾਨ ਨੇ, ਵੈਸਟਰਨ ਪਲੇਨਸ ਨੇਗੇ, ਕੋਸਟਲ ਪਲੇਨਸ ਨੇਗੇ, ਉਹ ਘੱਟ ਚੌੜੇ ਨੇ, ਜ਼ਿਆਦਾ ਸਿੱਲੇ ਨੇਗੇ, ਤੰਗ ਘਾਟੀਆਂ ਨੇ ਤੇ ਉੱਥੇ ਸਮੁੰਦਰੀ ਲੈਗੂਨਸ ਦੇਖਣ ਨੂੰ ਮਿਲਦੀਆਂ ਨੇਗੀਆਂ। ਤਾਂ ਇਸ ਤਰ੍ਹਾਂ ਅਸੀਂ ਸਥਿਤੀ ਦੇ ਆਧਾਰ ਤੇ ਜੋ ਕੋਸਟਲ ਪਲੇਨਸ ਨੇ ਉਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ: ਵੈਸਟਰਨ ਕੋਸਟਲ ਪਲੇਨਸ ਤੇ ਈਸਟਰਨ ਕੋਸਟਲ ਪਲੇਨਸ। ਹੁਣ ਅਸੀਂ ਸਭ ਤੋਂ ਪਹਿਲਾਂ ਗੱਲ ਕਰ ਦਿਆਂਗੇ ਵੈਸਟਰਨ ਕੋਸਟਲ ਪਲੇਨ ਦੀ, ਪੱਛਮੀ ਤੱਟ ਦੇ ਮੈਦਾਨ। ਅਰਬ ਸਾਗਰ ਅਤੇ ਪੱਛਮੀ ਘਾਟ ਦੇ ਵਿਚਕਾਰ ਉੱਤਰ ਤੋਂ ਦੱਖਣ ਵੱਲ ਲਗਭਗ 1500 ਕਿਲੋਮੀਟਰ ਦੀ ਲੰਬਾਈ ਅਤੇ 30 ਤੋਂ 80 ਕਿਲੋਮੀਟਰ ਦੀ ਚੌੜਾਈ ਵਿੱਚ ਫੈਲੇ ਹੋਏ ਤੰਗ ਅਤੇ ਪੱਧਰੇ ਮੈਦਾਨ ਨੂੰ ਪੱਛਮੀ ਤੱਟ ਦੇ ਮੈਦਾਨ ਕਿਹਾ ਜਾਂਦਾ ਹੈ। ਇਸ ਦੀ ਢਲਾਣ ਦੱਖਣ ਵਿੱਚ ਦੱਖਣ ਪੱਛਮ ਵੱਲ ਹੈ। ਇਹਨਾਂ ਮੈਦਾਨਾਂ ਨੂੰ ਧਰਾਤਲੀ ਵਿਸ਼ੇਸ਼ਤਾ ਦੇ ਆਧਾਰ ਤੇ ਅੱਗੇ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ: ਗੁਜਰਾਤ ਦਾ ਤਟਵਰਤੀ ਮੈਦਾਨ, ਕੋਂਕਣ ਤਟਵਰਤੀ ਮੈਦਾਨ, ਮਾਲਾਬਾਰ ਤਟਵਰਤੀ ਮੈਦਾਨ ਅਤੇ ਕੇਰਲਾ ਦੇ ਤਟਵਰਤੀ ਮੈਦਾਨ। ਹੁਣ ਬੇਟਾ ਇੱਥੇ ਜੋ ਦੱਸਿਆ ਜਾ ਰਿਹਾ ਕਿ ਜਦੋਂ ਅਸੀਂ ਵੈਸਟਰਨ ਕੋਸਟਲ ਪਲੇਨਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਹ ਅਰਬ ਸਾਗਰ, ਮਤਲਬ ਸਭ ਤੋਂ ਪਹਿਲਾਂ ਤਾਂ ਵੈਸਟਰਨ ਸ਼ਬਦ ਤੋਂ ਮਤਲਬ ਜੋ ਏਰੀਆ ਸਾਡਾ ਵੈਸਟ ਸਾਈਡ ਲੱਗਦਾ। ਚਾਰ ਡਾਇਰੈਕਸ਼ਨ ਨੇ ਆਪਣੇ ਕੋਲ: ਨਾਰਥ, ਸਾਊਥ, ਈਸਟ, ਵੈਸਟ। ਜੋ ਵੈਸਟ ਸਾਈਡ ਲੱਗਦਾ, ਜਾਂ ਮੈਂ ਦੇਸੀ ਭਾਸ਼ਾ ਦੇ ਵਿੱਚ ਕਹਾਂ, ਜੋ ਏਰੀਆ ਸਾਡਾ ਪਾਕਿਸਤਾਨ ਵਾਲੀ ਸਾਈਡ ਲੱਗਦਾ। ਕਹਿਣ ਦਾ ਮਤਲਬ ਪਾਕਿਸਤਾਨ ਸਾਡੇ ਵੈਸਟ ਦੇ ਵਿੱਚ ਹੈ ਨਾ, ਤਾਂ ਜੋ ਪਾਕਿਸਤਾਨ ਵਾਲੀ ਡਾਇਰੈਕਸ਼ਨ ਦੇ ਵਿੱਚ ਹੈਗਾ ਉਸ ਨੂੰ ਅਸੀਂ ਬੋਲਦੇ ਹਾਂ ਕਿ ਵੈਸਟਰਨ ਕੋਸਟਲ ਪਲੇਨਸ। ਹੁਣ ਜੋ ਇਹਨਾਂ ਦੀ ਬੇਟਾ ਲੰਬਾਈ ਚੌੜਾਈ ਦੱਸੀ ਜਾ ਰਹੀ ਹੈ, ਉਹ ਕਹਿ ਰਹੇ ਨੇ ਵੀ ਅਰਬ ਸਾਗਰ ਤੋਂ ਸ਼ੁਰੂ ਹੋ ਜਾਂਦੇ ਨੇ। ਇਹਦੇ ਨਾਲ ਇਹ 1500 ਕਿਲੋਮੀਟਰ ਤਾਂ ਲੰਬੇ ਨੇ ਤੇ ਇਹ 30 ਤੋਂ ਲੈ ਕੇ 80 ਕਿਲੋਮੀਟਰ ਤੱਕ ਦੀ ਇਹਨਾਂ ਦੀ ਜੋ ਹੈ ਚੜਾਈ ਦੇਖੀ ਜਾਂਦੀ ਹੈ। ਜੇ ਅਸੀਂ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਡਿਟੇਲ ਵਿੱਚ ਸਟੱਡੀ ਕਰਦੇ ਹਾਂ ਤਾਂ ਅਸੀਂ ਦੇਖਾਂਗੇ ਕਿ ਇਹਨਾਂ ਪਲੇਨਸ ਨੂੰ, ਵੈਸਟਰਨ ਪਲੇਨਸ ਨੂੰ ਵੀ ਅਸੀਂ ਅੱਗੇ ਚਾਰ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਉਹਨਾਂ ਦੀ ਜੋ ਹੈਗੀ ਸਾਨੂੰ ਰਿਲੀਫ ਦੀ ਕਰੈਕਟਰਿਸਟਿਕ ਦੇ ਆਧਾਰ ਦੇ ਉੱਤੇ ਅਸੀਂ ਇਹ ਚੀਜ਼ ਉਹਨਾਂ ਨੂੰ ਚਾਰ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਹੈ। ਸਭ ਤੋਂ ਪਹਿਲਾਂ ਅਸੀਂ ਕੀਤਾ ਗੁਜਰਾਤ ਦਾ ਤਟਵਰਤੀ ਮੈਦਾਨ, ਉਹ ਏਰੀਆ ਜਿਹੜਾ ਗੁਜਰਾਤ ਸਟੇਟ ਦੇ ਵਿੱਚ ਲਾਈ ਕਰਦਾ ਹੈਗਾ। ਦੂਸਰਾ ਕੋਂਕਣ ਤਟਵਰਤੀ ਮੈਦਾਨ, ਫਿਰ ਮਾਲਾਬਾਰ ਦੇ ਤਟਵਰਤੀ ਮੈਦਾਨ, ਦੈਨ ਕੇਰਲਾ ਦੇ ਤਟਵਰਤੀ ਮੈਦਾਨ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਗੁਜਰਾਤ ਦਾ ਤਟਵਰਤੀ ਮੈਦਾਨ, ਗੁਜਰਾਤ ਕੋਸਟਲ ਪਲੇਨਸ। ਇਹ ਤਟਵਰਤੀ ਮੈਦਾਨੀ ਹਿੱਸਾ ਪੱਛਮੀ ਤੱਟ ਦੇ ਉੱਤਰ ਵਿੱਚ ਸਥਿਤ ਹੈ। ਇਸ ਵਿੱਚ ਸਾਬਰਮਤੀ, ਮਾਹੀ, ਲੂਨੀ, ਬਾਸੁਨ, ਨਰਮਦਾ ਤੇ ਤਾਪੀ ਆਦਿ ਨਦੀਆਂ ਦੇ ਤਲਛਟ ਦੇ ਜਮਾਅ ਨਾਲ ਕੱਛ ਅਤੇ ਕਠਿਆਰਵਾੜ ਦੇ ਪ੍ਰਾਇਦੀਪੀ ਮੈਦਾਨ ਅਤੇ ਸੌਰਾਸ਼ਟਰ ਦੇ ਲੰਬੇ ਮੈਦਾਨਾਂ ਦਾ ਨਿਰਮਾਣ ਕੀਤਾ ਹੈ। ਜੋ ਸਾਡਾ ਗੁਜਰਾਤ ਤਟਵਰਤੀ ਪਲੇਨਸ ਨੇ, ਸਭ ਤੋਂ ਪਹਿਲਾਂ ਤਾਂ ਇਹ ਜੋ ਹੈਗੇ ਸਟੇਟ ਦੇ ਨਾਮ ਤੇ ਬਣੇ ਨੇ, ਤਾਂ ਕਹਿਣ ਦਾ ਮਤਲਬ ਜੋ ਇਹਨਾਂ ਦੀ ਲੋਕੇਸ਼ਨ ਆ ਉਹ ਐਗਜ਼ੈਕਟ ਗੁਜਰਾਤ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈਗੀ। ਇੱਥੇ ਜੋ ਪਲੇਨਸ ਬਣਦੇ ਨੇ, ਇਸ ਤੋਂ ਪਹਿਲਾਂ ਅਸੀਂ ਜਦੋਂ ਪੰਜਾਬ ਹਰਿਆਣਾ ਪਲੇਨਸ ਜਾਂ ਗੰਗਾ ਬ੍ਰਹਮਪੁੱਤਰਾ ਪਲੇਨਸ ਦੀ ਸਟੱਡੀ ਕਰੀ ਸੀ, ਅਸੀਂ ਦੇਖਿਆ ਸੀ ਕਿ ਜੋ ਪਲੇਨਸ ਨੇਗੇ ਉਹ ਹੁੰਦਾ ਕੀ ਹੈ ਕਿ ਕੋਈ ਨਦੀ ਹੁੰਦੀ ਆ, ਉਹ ਆਪਣਾ ਸਾਰਾ ਸੈਡੀਮੈਂਟ ਲੈ ਕੇ, ਜੋ ਵੀ ਪਹਾੜਾਂ ਦੇ ਵਿੱਚੋਂ ਜਾਂ ਆਪਣੇ ਪੂਰੇ ਰਸਤੇ ਦੇ ਵਿੱਚੋਂ ਜਿੰਨੀ ਮਿੱਟੀ ਵਗੈਰਾ ਉਹ ਨਾਲ ਲੈ ਕੇ ਆਉਂਦੀ ਹੈ, ਸੈਡੀਮੈਂਟਸ ਨੂੰ ਆ ਕੇ ਡੈਲਟੇ ਦੇ ਰੂਪ 'ਚ ਇੱਕ ਜਗ੍ਹਾ ਜਮ੍ਹਾਂ ਕਰ ਦਿੰਦੀ ਹੈ ਸਮੁੰਦਰ ਤੋਂ ਮਿਲਣ ਤੋਂ ਪਹਿਲਾਂ। ਤਾਂ
ਉਸੇ ਮਿੱਟੀ ਦੇ ਬਾਰ-ਬਾਰ ਜਮ੍ਹਾਂ ਹੋਣ ਦੇ ਨਾਲ ਕੀ ਹੈ, ਇੱਕ ਪਲੇਨਸ ਦਾ ਜਨਮ ਹੋ ਜਾਂਦਾ। ਇੱਥੇ ਜੋ ਗੁਜਰਾਤ ਦੇ ਪਲੇਨਸ ਨੇ, ਇਹਨਾਂ ਦੇ ਉਹੀ ਗੱਲ ਕੀਤੀ ਜਾ ਰਹੀ ਕਿ ਇੱਥੇ ਸਾਬਰਮਤੀ, ਮਾਹੀ, ਲੂਨੀ, ਨਰਮਦਾ ਤੇ ਤਾਪੀ ਇਹੋ ਜਿਹੀਆਂ ਨਦੀਆਂ ਨੇਗੀਆਂ ਜਿਹੜੀਆਂ ਆਪਣਾ ਪੂਰਾ ਸੈਡੀਮੈਂਟ ਮਟੀਰੀਅਲ ਲੈ ਕੇ ਆਉਂਦੀਆਂ ਨੇ ਤੇ ਉਹ ਆਪਣਾ ਅਰਬ ਸਾਗਰ ਤੇ ਡਿੱਗਣ ਤੋਂ ਪਹਿਲਾਂ ਇੱਥੇ ਐਸਟਰੀਜ਼ ਬਣਾਉਂਦੇ ਨੇ। ਕਦੇ ਵੀ ਇੱਧਰ ਜੋ ਵੈਸਟਰਨ ਸਾਈਡ ਹੈ, ਇਸ ਸਾਈਡ ਕੋਈ ਵੀ ਨਦੀ ਡੈਲਟਾ ਨਹੀਂ ਬਣਾਉਂਦੀ। ਤਾਂ ਕਹਿਣ ਦਾ ਮਤਲਬ ਆਪਣਾ ਜੋ ਮਟੀਰੀਅਲ ਸਮੁੰਦਰ ਦੇ ਡਿੱਗਣ ਤੋਂ ਪਹਿਲਾਂ ਇੱਕ ਥਾਵੇਂ ਜਮ੍ਹਾਂ ਕਰ ਦਿੰਦੇ ਨੇ। ਉਸੇ ਨਾਲ ਹੀ ਜੋ ਹੈ ਸਾਡਾ ਗੁਜਰਾਤ ਦੇ ਜੋ ਕੋਸਟਲ ਪਲੇਨਸ ਨੇ ਉਹਨਾਂ ਦਾ ਜਨਮ ਹੋਇਆਗਾ। ਰਣ ਆਫ ਕੱਛ ਦੇ ਖੇਤਰ ਅਜੇ ਵੀ ਦਲਦਲੀ ਅਤੇ ਸਮੁੰਦਰੀ ਤਲ ਤੋਂ ਨੀਵੇਂ। ਕਾਠਿਆਵਾੜ ਦੇ ਪ੍ਰਾਇਦੀਪੀ ਭਾਗ ਵਿੱਚ ਲਾਵੇ ਦੇ ਗਿਰ ਪਹਾੜੀ ਸ਼੍ਰੇਣੀ ਵੀ ਮਿਲਦੀ ਹੈ, ਜਿੱਥੇ ਕਿ ਗਿਰਨਾਰ ਪਹਾੜੀ ਵਿੱਚ ਗੋਰਖਨਾਥ ਚੋਟੀ ਦੀ ਉਚਾਈ ਸਭ ਤੋਂ ਵੱਧ ਹੈ। ਗੁਜਰਾਤ ਦਾ ਇਹ ਤਟਵਰਤੀ ਮੈਦਾਨ 400 ਕਿਲੋਮੀਟਰ ਲੰਬਾ, 200 ਕਿਲੋਮੀਟਰ ਚੌੜਾ ਤੇ 300 ਮੀਟਰ ਉੱਚਾ ਹੈ। ਪਰ ਸੌਰਾਸ਼ਟਰ ਵਿੱਚ ਦਮਨ ਦਿਊ ਤੱਕ ਆਉਂਦੇ ਹੋਏ ਇਹਨਾਂ ਦੀ ਚੌੜਾਈ ਘਟ ਕੇ 80 ਕਿਲੋਮੀਟਰ ਤੇ ਉਚਾਈ 150 ਕਿਲੋਮੀਟਰ ਤੱਕ ਰਹਿ ਜਾਂਦੀ ਹੈ। ਜੇ ਬੇਟਾ ਅਸੀਂ ਇਹਨਾਂ ਦੀ ਲੰਬਾਈ, ਚੌੜਾਈ, ਉਚਾਈ ਦੀ ਗੱਲ ਕਰੀਏ ਤਾਂ ਇਹ ਗੱਲ ਕਰ ਰਹੇ ਨੇ ਕਿ ਇਹ 400 ਕਿਲੋਮੀਟਰ ਜੋ ਗੁਜਰਾਤ ਦੇ ਕੋਸਟਲ ਪਲੇਨਸ ਨੇ ਉਹਨਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦਾ ਨਿਰਮਾਣ ਸਾਬਰਮਤੀ, ਮਾਹੀ, ਲੂਨੀ, ਨਰਮਦਾ ਤੇ ਤਾਪੀ ਨਦੀਆਂ ਨੇ ਇਹਨਾਂ ਦੇ ਸੈਡੀਮੈਂਟ ਤੇ ਜਮ੍ਹਾਂ ਹੋਣ ਨਾਲ ਇੱਥੇ ਹੋਇਆ। ਐਸਟਰੀਜ਼ ਬਣਾਉਂਦੇ ਨੇ, ਉਹਨਾਂ ਨਾਲ ਹੀ ਇੱਥੇ ਇਹ ਕੋਸਟਲ ਪਲੇਨਸ ਦਾ ਜੋ ਜਨਮ ਹੋਇਆਗਾ। ਓਕੇ, ਜੋ ਇਹਨਾਂ ਦੀ ਜੋ ਆਪਾਂ ਲੰਬਾਈ ਦੀ ਗੱਲ ਕਰੀਏ ਤਾਂ ਇਹ 400 ਕਿਲੋਮੀਟਰ ਲੰਬੇ, 200 ਕਿਲੋਮੀਟਰ ਚੌੜੇ ਤੇ ਸਮੁੰਦਰ ਤਲ ਤੋਂ ਜੋ ਇਹਨਾਂ ਦੀ ਉਚਾਈ ਹੈ, ਹਾਈਟ ਹੈਗੀ, ਉਹ 300 ਮੀਟਰ ਤੱਕ ਮਿਲਦੀ ਹੈ। ਪਰ ਸੌਰਾਸ਼ਟਰ ਤੋਂ ਸ਼ੁਰੂ ਹੋ ਕੇ ਜਦ ਦਮਨ ਦਿਊ ਤੱਕ ਆਉਂਦੇ ਜੋ ਇਹਨਾਂ ਦੀ ਹੈਗੀ ਹੈ ਚੜਾਈ ਹੈ, ਉਹ ਘਟ ਕੇ 80 ਕਿਲੋਮੀਟਰ ਦੇ ਲਗਭਗ ਰਹਿ ਜਾਂਦੀ ਹੈ ਤੇ ਉਚਾਈ ਸਮੁੰਦਰ ਤਲ ਨਾਲੋਂ ਜੋ ਅਸੀਂ ਉਚਾਈ ਪਹਿਲਾਂ 300 ਕਿਲੋਮੀਟਰ ਸੀ ਉਹ ਵੀ ਘਟ ਕੇ ਅੱਧੀ ਮਤਲਬ 150 ਕਿਲੋਮੀਟਰ ਤੱਕ ਰਹਿ ਜਾਂਦੀ ਹੈ। ਕਿ ਇਹ ਹੈ ਸਾਡੀ ਗੁਜਰਾਤ ਸਟੇਟ ਪੂਰੀ ਦੀ ਪੂਰੀ। ਇੱਥੇ ਜੋ ਸਾਨੂੰ ਪਲੇਨਸ ਦੇਖਣ ਨੂੰ ਮਿਲਦੇ ਨੇ ਉਹਨਾਂ ਨੂੰ ਹੀ ਗੁਜਰਾਤ ਪਲੇਨਸ ਕਿਹਾ ਜਾਂਦਾ ਹੈ। ਤੁਸੀਂ ਇੱਥੇ ਤਪੀਆ, ਰਣ ਆਫ ਕੱਛ ਹੋ ਗਿਆ, ਕਿਤਵਾਰਾ ਹੋ ਗਿਆ, ਠੀਕ ਹੈ ਜੀ। ਤੇ ਇਹਦੇ ਨਾਲ ਜੋ ਸਾਨੂੰ ਪੂਰੇ ਪਲੇਨਸ ਮਿਲਦੇ ਨੇ ਗੁਜਰਾਤ ਦੇ ਵਿੱਚ, ਉਹਨਾਂ ਨੂੰ ਗੁਜਰਾਤ ਪਲੇਨਸ ਕਿਹਾ ਜਾਂਦਾ ਹੈਗਾ। ਤੇ ਇਸ ਤੋਂ ਇਲਾਵਾ ਇੱਥੇ ਜੋ ਅਸੀਂ ਨਦੀਆਂ ਦੀ ਗੱਲ ਕਰੀ ਸੀ ਕਿ ਸਾਬਰਮਤੀ, ਲੂਣੀ, ਪੂਰੀਆਂ ਨਦੀਆਂ ਜਿਹੜੀਆਂ ਸਾਨੂੰ ਇੱਥੇ ਦੇਖਣ ਨੂੰ ਮਿਲਦੀਆਂ ਨੇ, ਜਿਹਦੇ ਵਿੱਚ ਦੀ ਸਾਬਰਮਤੀ, ਮਾਹੀ, ਲੂਣੀ, ਬਾਨਸ, ਨਰਮਦਾ, ਤਾਪੀ ਆਦਿ ਜਿਹੜੀਆਂ ਨਦੀਆਂ ਸੀਗੀਆਂ ਸਾਨੂੰ ਇਹਨਾਂ ਰੀਜਨ ਦੇ ਵਿੱਚ ਹੀ ਦੇਖਣ ਨੂੰ ਮਿਲ। ਨੈਕਸਟ ਜੋ ਸਾਡੇ ਕੋਲ ਰਿਲੀਫ ਫੀਚਰ ਹੈਗਾ ਉਸ ਦਾ ਨਾਮ ਹੈਗਾ ਜੀ ਕੋਂਕਣ ਕੋਸਟਲ ਪਲੇਨਸ। ਦਮਨ ਤੋਂ ਲੈ ਕੇ ਗੋਆ ਤੱਕ ਦੇ ਮੈਦਾਨ ਕੋਂਕਣ ਤੱਟ, ਕੋਂਕਣ ਕੋਸਟ ਅਖਵਾਉਂਦੇ ਹਨ, ਜਿਸ ਵਿੱਚ ਜ਼ਿਆਦਾਤਰ ਤਟਵਰਤੀ ਭਾਗਾਂ ਦੇ ਧੱਸਣ ਦੀ ਘਿਰਿਆ ਮਿਲਦੀ ਹੈ। ਇਸੇ ਕਰਕੇ ਇਹ 500 ਕਿਲੋਮੀਟਰ ਲੰਬੀ ਮੈਦਾਨੀ ਪੱਟੀ ਦੀ ਚੌੜਾਈ 50 ਤੋਂ 80 ਕਿਲੋਮੀਟਰ ਤੱਕ ਰਹਿ ਗਈ ਹੈ। ਇਹ ਮੈਦਾਨ ਹਿੱਸੇ ਦੀ ਤੀਬਰ ਸਮੁੰਦਰੀ ਲਹਿਰਾਂ ਦੁਆਰਾ ਤੰਗ ਘਾਟੀਆਂ, ਗੁਲਫ ਬੇਜ਼ ਐਂਡ ਕ੍ਰੇਬਸ, ਕਟਾ ਕੇਵਸ ਅਤੇ ਸਮੁੰਦਰੀ ਰੇਤ ਤੇ ਬੀਚ ਆਦਿ ਦੇ ਭੂ ਆਕਾਰ ਮਿਲਦੇ ਹਨ। ਥਾਣਾ ਦੀ ਤੰਗ ਘਾਟੀ, ਕ੍ਰੈਕ ਆਫ ਥਾਣਾ ਦੀ ਮਸ਼ਹੂਰ ਮੁੰਬਈ ਦੀਪ ਸਥਿਤ ਹੈ। ਇਸ ਤੋਂ ਇਲਾਵਾ ਇਸ ਤੱਟੀ ਖੇਤਰ ਵਿੱਚ ਬਹੁਤ ਹੀ ਛੋਟੀਆਂ ਤੇ ਤਿੱਖੀ ਢਾਲ ਵਾਲੀਆਂ ਵੈਤਰਨਾ ਅਤੇ ਉਲਹਾਸ ਦੋ ਨਦੀਆਂ ਘਾਟੀਆਂ ਮਿਲਦੀਆਂ ਹਨ। ਜੇ ਬੇਟਾ ਅਸੀਂ ਗੱਲ ਕਰ ਰਹੇ ਹਾਂ ਕੋਂਕਣ ਕੋਸਟਲ ਪਲੇਨ ਤਾਂ ਪਹਿਲਾਂ ਅਸੀਂ ਗੱਲ ਕਰੀ ਸੀਗੀ ਵੈਸਟਰਨ ਨੂੰ ਸਮਝਣ ਵਾਸਤੇ ਇੰਡੀਅਨ ਕੋਸਟਲ ਪਲੇਨਸ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡਿਆ ਸੀਗਾ, ਵੈਸਟਰਨ ਕੋਸਟਲ ਪਲੇਨ ਤੇ ਈਸਟਰਨ ਕੋਸਟਲ ਪਲੇਨ। ਹੁਣ ਅਸੀਂ ਵੈਸਟਰਨ ਦੀ ਗੱਲ ਕਰ ਰਹੇ ਸੀ। ਵੈਸਟਰਨ ਨੂੰ ਅਸੀਂ ਜਦੋਂ ਅਸੀਂ ਬਹੁਤ ਜ਼ਿਆਦਾ ਉਹਦੀ ਕਰੈਕਟਰਿਸਟਿਕ ਨੂੰ ਰਿਲੀਫ ਕਰੈਕਟਰਿਸਟਿਕ ਨੂੰ ਦੇਖਦੇ ਹਾਂ ਤਾਂ ਉਹਨੂੰ ਅਸੀਂ ਅੱਗੇ 4 ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਸੀ। ਸਭ ਤੋਂ ਪਹਿਲਾਂ ਅਸੀਂ ਗੁਜਰਾਤ ਕੋਸਟਲ ਪਲੇਨ ਜੋ ਇਸ ਤੋਂ ਪਹਿਲਾਂ ਅਸੀਂ ਕੀਤਾਗਾ ਉਹ ਦੇਖਿਆ। ਉਸ ਤੋਂ ਇਲਾਵਾ ਜੋ ਦੂਸਰੀ ਟਰਮ ਬਣਦੀ ਹੈਗੀ ਉਹ ਬਣਦਾ ਹੈਗਾ ਤੁਹਾਡਾ ਕੋਂਕਣ ਕੋਸਟਲ ਪਲੇਨ। ਇਹ ਹੈ ਜੋ ਦਮਨ ਤੋਂ ਲੈ ਕੇ ਗੋਆ ਤੱਕ ਫੈਲਿਆ ਹੋਇਆ ਹੈਗਾ। ਜੋ ਇਸ ਦਾ ਜ਼ਿਆਦਾਤਰ ਭਾਗ ਇਹ ਹੈ ਜੀ ਤੁਹਾਡਾ ਇੱਥੇ ਦੀਪ ਐਂਡ ਦਮਨ ਮਿਲ ਜਾਏਗਾ ਤੁਹਾਨੂੰ, ਇੱਥੋਂ ਲੈ ਕੇ ਇਹ ਗੋਆ ਤੱਕ। ਇੱਥੇ ਗੋਆ ਆ ਲਾਸਟ ਹੈਗਾ, ਦੇਖੋ ਇੱਥੇ ਗੋਆ। ਇੱਥੋਂ ਇਹਦੇ ਵਿੱਚ ਜੋ ਸਾਨੂੰ ਪੂਰਾ ਕੋਸਟਲ ਪਲੇਨ ਮਿਲਦਾ ਹੈਗਾ ਇੰਨਾ, ਇਹਨੂੰ ਅਸੀਂ ਬੋਲ ਦਿਆਂਗੇ ਕੋਂਕਣ ਕੋਸਟਲ ਪਲੇਨ। ਇਹਦਾ ਜਿਹੜਾ ਜ਼ਿਆਦਾਤਰ ਹਿੱਸਾ ਹੈਗਾ ਉਹ ਸਮੁੰਦਰ ਦੇ ਨਾਲ ਜੋ ਧਰਤੀ ਲੱਗਦੀ ਆ ਉਹਦੇ ਨੀਚੇ ਧਸ ਜਾਣ ਦੇ ਕਾਰਨ ਇਹਦਾ ਜਨਮ ਹੋਇਆਗਾ। ਇਸੇ ਕਰਕੇ ਜੋ ਇਸ ਦੀ ਲੰਬਾਈ ਹੈਗੀ ਉਹ 500 ਕਿਲੋਮੀਟਰ ਲੰਬੀ। ਕਹਿਣ ਦਾ ਮਤਲਬ ਕਿ ਜੇ ਅਸੀਂ ਇਹਦੀ ਲੰਬਾਈ ਦੇਖੀਏ ਇਸ ਪੁਆਇੰਟ ਤੋਂ ਲੈ ਕੇ ਇੱਥੇ ਤੱਕ ਜੋ ਹੈ ਇਹ 500 ਕਿਲੋਮੀਟਰ ਲੰਬੇ ਅਤੇ 50 ਤੋਂ 80 ਕਿਲੋਮੀਟਰ ਦੇ ਵਿੱਚ ਇਹ ਚੌੜੇ ਦੇਖਣ ਨੂੰ ਮਿਲਦੇ ਨੇ। ਇਹਦਾ ਜੋ ਜਨਮ ਹੈਗਾ ਉਹ ਸਬਮਰਜ ਦੇ ਨਾਲ ਹੋਇਆਗਾ। ਕਹਿਣ ਦਾ ਮਤਲਬ ਕਿ ਸਮੁੰਦਰ ਦੇ ਨਾਲ ਜੋ ਏਰੀਆ ਲੱਗਦਾ ਸੀ ਉਹਦਾ ਨੀਚੇ ਧਸ ਜਾਣ ਨਾਲ ਇਹਦਾ ਜੋ ਜਨਮ ਹੋਇਆਗਾ। ਗੁਲਫ ਵੇਜ਼, ਕ੍ਰੈਕਸ ਜਾਂ ਕੇਵਸ ਦੇਖਣ ਨੂੰ ਇੱਥੋਂ ਮਿਲਦੀਆਂ ਨੇਗੀਆਂ। ਇੱਥੇ ਬਹੁਤ ਹੀ ਜ਼ਿਆਦਾ ਇੱਕ ਮਸ਼ਹੂਰ ਹੈਗੀ ਕਿ ਕ੍ਰੈਕ ਆਫ ਥਾਣਾ, ਠੀਕ ਹੈ ਜੀ। ਥਾਣਾ ਦੀ ਤੰਗ ਘਾਟੀ ਹੈਗੀ ਜਿਹਦੇ ਵਿੱਚ ਮੁੰਬਈ ਦੀਪਸ ਬਣੇ ਹੋਏ ਨੇ। ਤੁਸੀਂ ਦੇਖੋਗੇ ਕਿ ਜੇ ਮੁੰਬਈ ਨੂੰ ਬਹੁਤ ਜ਼ਿਆਦਾ ਮਤਲਬ ਉਹਦੇ ਮੈਪ ਨੂੰ ਧਿਆਨ ਨਾਲ ਤੁਸੀਂ ਦੇਖੋਗੇ, ਉਹਨੂੰ ਵਿਊ ਕਰਕੇ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਮੁੰਬਈ ਇੱਕ ਪਲੇਨ ਏਰੀਆ ਨਹੀਂ ਹੈਗਾ, ਉਹ ਛੋਟੇ ਛੋਟੇ ਟਾਪੂਆਂ ਨੂੰ ਆਪਸ ਦੇ ਵਿੱਚ ਮਿਲਾ ਕੇ ਬਣਿਆ ਹੋਇਆ। ਇਹੀ ਇੱਥੋਂ ਦਾ ਸਭ ਤੋਂ ਜ਼ਿਆਦਾ ਜੋ ਹੈ ਇੱਕ ਮਸ਼ਹੂਰ ਲੈਂਡ ਫੀਚਰ ਸਾਨੂੰ ਦੇਖਣ ਨੂੰ ਮਿਲਦਾ ਹੈਗਾ।
दूसरा इत्थे एक वैतरना ते उल्हास दो नदी घाटियां भी मिलदियां ने। नदी घाटी तुहानूं पता है कि नदी द्वारा बनाया गया सब तो डूंगा एरिया हुंदा, उसनूं आपां नदी घाटी बोलदे हांगे। ਤਾਂ ਇੱਥੇ ਦੋ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਸਾਨੂੰ ਦੇਖਣ ਨੂੰ ਫੀਚਰ ਮਿਲਦੇ ਨੇ। ਅਗਲਾ ਹੈ ਤੁਹਾਡਾ ਮਾਲਾਬਾਰ ਤੱਟ ਦੇ ਮੈਦਾਨ, ਮਾਲਾਬਾਰ ਕੋਸਟਲ ਪਲੇਨਸ। ਗੋਆ ਤੋਂ ਲੈ ਕੇ ਮੰਗਲੌਰ ਤੱਕ ਦਾ ਲਗਭਗ 225 ਕਿਲੋਮੀਟਰ ਲੰਬਾ ਤੇ 24 ਕਿਲੋਮੀਟਰ ਚੌੜਾ ਮਾਲਾਬਾਰ ਤੱਟ ਦਾ ਮੈਦਾਨ ਜਾਂ ਕਰਨਾਟਕਾ ਦਾ ਤਟਵਰਤੀ ਮੈਦਾਨ ਅਖਵਾਉਂਦਾ ਚੌੜਾ ਮੈਦਾਨ ਸਾਨੂੰ ਦੇਖਣ ਨੂੰ ਮਿਲਦਾ। ਇਹਨੂੰ ਅਸੀਂ ਮਾਲਾਬਾਰ ਦਾ ਮੈਦਾਨ ਜਾਂ ਕਰਨਾਟਕਾ ਦਾ ਮੈਦਾਨ ਵੀ ਆਖ ਦਿੰਦੇ ਹਾਂ। ਇਹਦੀ ਇੱਕ ਖਾਸੀਅਤ ਹੈ ਕਿ ਇਹ ਉੱਤਰ ਵੱਲ ਸਾਨੂੰ ਇਹ ਘੱਟ ਚੌੜਾ ਤੇ ਦੱਖਣ ਵੱਲ ਨੂੰ ਜ਼ਿਆਦਾ ਚੌੜਾ ਦੇਖਣ ਨੂੰ ਮਿਲਦਾ। ਕਈ ਵਾਰੀ ਇਸ ਦਾ ਵਿਸਥਾਰ ਆ ਜੋ ਕੰਨਿਆ ਕੁਮਾਰੀ ਤੱਕ ਵੀ ਮੰਨ ਲਿਆ ਜਾਂਦਾ ਹੈਗਾ। ਇੱਥੇ ਬੇਟਾ ਦੋ ਨਦੀਆਂ ਨੇਗੀਆਂ, ਇੱਕ ਮਾਂਡਵੀ ਅਤੇ ਸ਼ਰਾਵਤੀ ਨਦੀਆਂ ਦੇ ਜੋ ਮੁਹਾਨੇ ਨੇਗੇ ਉਹ ਸਮੁੰਦਰ ਵਿੱਚ ਸਾਨੂੰ ਡੁੱਬੇ ਹੋਏ ਮਿਲਦੇ ਨੇ। ਗੁਜਰਾਤ ਪਲੇਨ ਤੋਂ ਲੈ ਕੇ ਗੋਆ ਤੱਕ ਦਾ ਜੋ ਏਰੀਆ ਸੀਗਾ ਉਹਨਾਂ ਨੂੰ ਹੀ ਅਸੀਂ ਕੋਕਣ ਪਲੇਨਸ ਕਿਹਾ ਸੀਗਾ। ਹੁਣ ਗੋਆ ਤੋਂ ਲੈ ਕੇ ਜੋ ਕਈ ਵਾਰ ਤੁਹਾਨੂੰ ਦੱਸਿਆ ਇਹਨੂੰ ਕੰਨਿਆ ਕੁਮਾਰੀ ਤੱਕ ਮੰਨ ਲਿਆ ਜਾਂਦਾ ਕਿ ਜੋ ਏਰੀਆ ਸਾਨੂੰ ਮਿਲੂਗਾ ਉਹਨੂੰ ਅਸੀਂ ਮਾਲਵਾ ਪਲੇਨਸ ਆਖਦੇ ਹਾਂ। ਇਹ ਕਰਨਾਟਕਾ ਦੇਖੋ, ਇੱਥੇ ਆ ਗੋਆ ਗਾ ਤੇ ਆਹ ਵਾਲਾ ਪੁਆਇੰਟ ਸਾਡਾ ਕੰਨਿਆ ਕੁਮਾਰੀ, ਇਹਦੇ ਵਿੱਚ ਦਾ ਏਰੀਆ ਨੂੰ ਅਸੀਂ ਮਾਲਾਬਾਰ ਕੋਸਟਲ ਪਲੇਨਸ ਬੋਲਦੇ ਹਾਂ। ਹੁਣ ਇਹ ਕੀ ਹੈਗਾ ਕਿ ਕਰਨਾਟਕਾ ਦੇ ਵਿੱਚ ਜੋ ਇਹ ਜ਼ਿਆਦਾ ਲਾਈ ਕਰਦਾ ਗਾ, ਇਸੇ ਕਰਕੇ ਇਹਨੂੰ ਕਰਨਾਟਕਾ ਕੋਸਟਲ ਪਲੇਨਸ ਵੀ ਬੋਲ ਦਿੱਤਾ ਜਾਂਦਾ। ਇਸ ਦੀ ਇੱਕ ਖਾਸੀਅਤ ਗੱਲ ਜੋ ਹੈ ਇਹ ਆ ਕਿ ਇੱਥੇ ਦੋ ਨਦੀਆਂ ਨੇਗੀਆਂ, ਮਾਂਡਵੀ ਤੇ ਸ਼ਰਾਵਤੀ। ਉਹ ਨਦੀਆਂ ਦੇ ਜੋ ਮੁਹਾਨੇ ਨੇਗੇ ਜੋ ਐਕੂਰੇਟ ਸਪੋਜ਼ ਕਰੋ, ਦੋ ਨਦੀਆਂ ਨੇ ਕਿ ਇਹ ਦੋ ਨਦੀਆਂ ਆਪਣਾ ਅਰੇਬੀਅਨ ਸੀ, ਇੱਥੇ ਅਰੇਬੀਅਨ ਸੀ ਹੈਗਾ, ਅਰੇਬੀਅਨ ਸੀ ਦੇ ਵਿੱਚ ਆਪਣਾ ਪਾਣੀ ਲੈ ਕੇ ਖਤਮ ਹੋ ਜਾਂਦੇ ਨੇ। ਤੁਹਾਨੂੰ ਦੱਸਿਆ ਸੀਗਾ ਕਿ ਜੋ ਨਦੀਆਂ ਵੈਸਟਰਨ ਸਾਈਡ ਦੇ ਵਿੱਚ ਡਿੱਗਣਗੀਆਂ ਉਹ ਡੈਲਟਾ ਨਹੀਂ ਬਣਾਉਂਦੀਆਂ, ਉਹ ਐਸਟਰੀਜ਼ ਬਣਾਉਂਦੀਆਂ ਨੇ। ਇਸੇ ਕਰਕੇ ਜੋ ਇਹਨਾਂ ਦੇ ਨਦੀਆਂ ਦੇ ਮੁਹਾਣੇ ਨੇ, ਮੂੰਹ ਨੇਗੇ, ਉਹ ਪਾਣੀ ਵਿੱਚ ਡੁੱਬੇ ਹੋਏ ਰਹਿੰਦੇ ਨੇਗੇ। ਠੀਕ ਹੈ ਜੀ। ਇੱਕ ਇਹਦੀ ਖਾਸੀਅਤ ਦੂਸਰੀ ਇਹ ਸੀਗੀ ਕਿ ਜੋ ਇੱਥੇ ਸਾਨੂੰ ਪਲੇਨਸ ਮਿਲਦੇ ਨੇ ਕੋਸਟਲ ਪਲੇਨਸ, ਉਹ ਉੱਤਰ ਵੱਲ ਤਾਂ ਚੌੜੇ ਨੇਗੇ, ਉੱਤਰ ਵੱਲ ਤੰਗ ਨੇ, ਪਰ ਦੱਖਣ ਵੱਲ ਆ ਕੇ ਉਹ ਚੌੜੇ ਹੋ ਜਾਂਦੇ ਨੇ। ਇਹ ਸੀਗੇ ਜੀ ਸਾਡੇ ਮਾਲਾਬਾਰ ਕੋਸਟਲ ਪਲੇਨਸ। ਧਰਾਤਲ ਦਾ ਪਾਣੀ ਰੋਕ ਲਿਆ ਜਾਂਦਾ ਹੈ ਜਿਸ ਨੂੰ ਕਾਇਲ ਕਿਹਾ ਜਾਂਦਾ ਹੈ। ਇੱਥੋਂ ਦੀਆਂ ਬੈਬਾਨੰਦ ਅਸ਼ਟਨਾਮੁੰਡੀ ਝੀਲਾਂ ਦੁਆਰਾ ਬਹੁਤ ਵੱਡੇ ਖੇਤਰ ਵਿੱਚ ਫੈਲੀਆਂ ਹੋਣ ਕਰਕੇ ਕਸ਼ਤੀਆਂ ਚਲਾਉਣ ਦੇ ਯੋਗ ਹਨ। ਬੇਟਾ ਜੋ ਏਰੀਆ ਸਾਨੂੰ ਕੇਰਲਾ ਦੇ ਵਿੱਚ ਦੇਖਣ ਨੂੰ ਮਿਲੂਗਾ ਪਲੇਨਸ ਦਾ, ਉਹਨਾਂ ਨੂੰ ਹੀ ਅਸੀਂ ਕੇਰਲਾ ਦੇ ਪਲੇਨਸ ਆਖਦੇ ਹਾਂ। ਠੀਕ ਹੈ ਜੀ। ਇਹਨਾਂ ਦੀ ਜੋ ਲੰਬਾਈ ਹੈ ਉਹ 500 ਕਿਲੋਮੀਟਰ ਲੰਬੇ ਨੇ, 100 ਕਿਲੋਮੀਟਰ ਲਗਭਗ ਇਹ ਸਾਨੂੰ ਚੌੜੇ ਮਿਲ ਜਾਂਦੇ ਨੇ। ਕਿਉਂਕਿ ਜੋ ਉੱਪਰ ਜਦੋਂ ਅਸੀਂ ਮਾਲਾਬਾਰ ਕੋਸਟਲ ਪਲੇਨਸ ਪੜ੍ਹੇ ਸੀਗੇ ਮੈਪ ਦੇ ਵਿੱਚ, ਮੈਂ ਤੁਹਾਨੂੰ ਦਿਖਾਇਆ ਸੀਗਾ ਕਿ ਕਈ ਵਾਰ ਇਹਨਾਂ ਨੂੰ ਆਪਣਾ ਕੰਨਿਆ ਕੁਮਾਰੀ ਤੱਕ ਵੀ ਮੰਨ ਲਿਆ ਜਾਂਦਾ। ਜੇ ਕੰਨਿਆ ਕੁਮਾਰੀ ਤੱਕ ਮੰਨਦੇ ਨੇ ਤਾਂ ਉਹਦੇ ਵਿੱਚ ਕੇਰਲਾ ਨੂੰ ਕਵਰ ਕਰ ਲੈਂਦੇ ਨੇ, ਪਰ ਇੱਥੇ ਇਹਨਾਂ ਨੇ ਕੇਰਲਾ ਨੂੰ ਇੱਕ ਅਲੱਗ ਤੋਂ ਫੀਚਰ ਦਿੱਤਾ ਗਾ। ਗੋਆ ਤੋਂ ਲੈ ਕੇ ਜੋ ਮੈਂਗਲੌਰ ਤੱਕ ਦੇ ਮੈਦਾਨ ਨੇ ਉਹਨਾਂ ਨੂੰ ਅਸੀਂ ਕੋਕਣ ਕੋਸਟਲ ਪਲੇਨਸ ਕਹਿੰਦੇ ਹਾਂ। ਕੇਰਲਾ ਪਲੇਨਸ ਬੇਟਾ ਇੱਥੋਂ ਦੇਖੋ, ਕੇਰਲਾ ਸਟੇਟ ਦੇ ਵਿੱਚ ਜਿੰਨੇ ਵੀ ਪਲੇਨਸ ਸਾਨੂੰ ਦੇਖਣ ਨੂੰ ਮਿਲਦੇ ਨੇ ਉਹਨਾਂ ਨੂੰ ਅਸੀਂ ਕੇਰਲਾ ਪਲੇਨਸ ਆਖਦੇ ਹਾਂ। ਕੇਰਲਾ ਪਲੇਨਸ ਕਿਉਂ ਕਹਿੰਦੇ? ਕਿਉਂਕਿ ਇਹਨਾਂ ਦੇ ਵਿੱਚ ਜੋ ਹੈ ਸਭ ਤੋਂ ਵੱਧ ਲਾਈ ਕੇਰਲਾ ਦੇ ਵਿੱਚ ਕਰਦੇ ਨੇ। ਠੀਕ ਹੈ ਜੀ। ਇਹਨਾਂ ਦੀ ਜੋ ਲੰਬਾਈ ਹੈ ਉਹ 500 ਕਿਲੋਮੀਟਰ ਦੇ ਲਗਭਗ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਤੇ ਜੋ ਇਸ ਦੀ ਚੜਾਈ ਹੈ 100 ਕਿਲੋਮੀਟਰ ਦੇ ਲਗਭਗ ਦੇਖਣ ਨੂੰ ਮਿਲਦੀ ਹੈ। ਦੇ ਨਾਮ ਨਾਲ ਜਾਣਦੇ ਹਾਂ। ਤਾਂ ਇਹ ਸੀ ਸਾਡੇ ਸਾਰੇ ਹੁਣ ਤੱਕ ਦੇ ਵੈਸਟਰਨ ਕੋਸਟਲ ਪਲੇਨਸ। ਹੁਣ ਅਸੀਂ ਗੱਲ ਕਰਾਂਗੇ ਈਸਟਰਨ ਕੋਸਟਲ ਪਲੇਨਸ ਦੀ। ਕਹਿਣ ਦਾ ਮਤਲਬ ਕਿ ਇੰਡੀਆ ਦੇ ਜੋ ਈਸਟ ਸਾਈਡ ਦੇ ਉੱਤੇ ਕੋਸਟਲ ਪਲੇਨ ਲੱਗਦੇ ਨੇ ਉਹਨਾਂ ਨੂੰ ਅਸੀਂ ਈਸਟਰਨ ਕੋਸਟਲ ਪਲੇਨਸ ਦੇ ਨਾਮ ਨਾਲ ਜਾਣਦੇ ਹਾਂ। ਇਹਨਾਂ ਤਟਵਰਤੀ ਮੈਦਾਨਾਂ ਦੇ ਪੂਰਬ ਵਿੱਚ ਬੰਗਾਲ ਦੀ ਖਾੜੀ ਅਤੇ ਪੱਛਮ ਵਿੱਚ ਪੂਰਬੀ ਘਾਟ ਹਨ। ਇਹ ਉੱਤਰ ਵਿੱਚ ਸੁਵਰਨ ਰੇਖਾ ਨਦੀ ਦੇ ਡੈਲਟੇ ਤੋਂ ਲੈ ਕੇ ਦੱਖਣ ਵਿੱਚ ਕੰਨਿਆ ਕੁਮਾਰੀ ਤੱਕ ਲਗਭਗ 2000 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ। ਇਹਨਾਂ ਦੀ औसत चौड़ाई 150 किलोमीटर ਤੇ ਉਚਾਈ 100 ਮੀਟਰ ਹੈ। ਪੱਛਮੀ ਮੈਦਾਨਾਂ ਦੇ ਮੁਕਾਬਲੇ ਵਿੱਚ ਇਹ ਵੱਧ ਚੌੜੇ, ਉੱਚੇ ਉੱਠੇ ਹੋਏ ਖੁਸ਼ਕ ਡੈਲਟਾਈ ਜਲੋੜ ਮਿੱਟੀਆਂ ਵਾਲੇ ਅਤੇ ਵੱਡੀਆਂ ਲੈਗੂਨ ਝੀਲਾਂ ਵਾਲੇ ਹਨ। ਸਥਿਤੀ ਦੇ ਅਨੁਸਾਰ ਇਹਨਾਂ ਪੂਰਬੀ ਤਟਵਰਤੀ ਮੈਦਾਨਾਂ ਨੂੰ ਵੀ ਦੋ ਉਪਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਉੱਤਰੀ ਤਟਵਰਤੀ ਮੈਦਾਨ ਅਤੇ ਦੱਖਣੀ ਤਟਵਰਤੀ ਮੈਦਾਨ। ਇੱਥੇ ਦੋਸਤੋ ਗੱਲ ਕੀਤੀ ਜਾ ਰਹੀ ਹੈ ਈਸਟਰਨ ਕੋਸਟਲ ਪਲੇਨ ਦੀ। ਇੱਕ ਪੂਰੇ ਈਸਟਰਨ ਕੋਸਟਲ ਪਲੇਨਸ ਨੂੰ ਜੇ ਆਪਾਂ ਪੂਰਾ ਇੱਕ ਯੂਨਿਟ ਦੇ ਰੂਪ ਵਿੱਚ ਦੇਖਦੇ ਹਾਂ ਫਿਰ ਅਸੀਂ ਦੇਖਾਂਗੇ ਕਿ ਇਹ ਉੱਤਰ ਵਿੱਚ ਸਵਰਨ ਰੇਖਾ ਨਦੀ ਤੋਂ ਲੈ ਕੇ ਦੱਖਣ ਵਿੱਚ ਕੰਨਿਆ ਕੁਮਾਰੀ ਤੱਕ ਹੀ ਫੈਲੇ ਹੋਏ ਹਨ। ਜੀ ਅਸੀਂ ਇਹਨੂੰ ਇੱਕ ਪੂਰੀ ਯੂਨਿਟ ਮੰਨਦੇ ਹਾਂ ਫਿਰ। ਠੀਕ ਹੈ ਜੀ। ਜੋ ਇਹਨਾਂ ਦੀ ਲੰਬਾਈ ਹੈਗੀ ਉਹ 2000 ਕਿਲੋਮੀਟਰ ਦੇ ਲਗਭਗ ਬਣਦੀ ਹੈ ਤੇ ਇਹਨਾਂ ਦੀ ਜੋ ਔਸਤ ਚੌੜਾਈ ਹੈ ਉਹ 150 ਕਿਲੋਮੀਟਰ ਤੇ ਉਚਾਈ 100 ਕਿਲੋਮੀਟਰ ਦੇ ਲਗਭਗ ਬਣਦੀ ਹੈ। ਜੋ ਈਸਟਰਨ ਕੋਸਟਲ ਪਲੇਨਸ ਨੇਗੇ ਇਹ ਜ਼ਿਆਦਾ ਉੱਚੇ ਉੱਠੇ ਹੋਏ, ਜ਼ਿਆਦਾ ਚੌੜੇ ਅਤੇ ਡੈਲਟਾਈ ਜਲੋੜ ਮਿੱਟੀਆਂ ਦੁਆਰਾ ਇੱਥੇ ਲੈਗੂਨਸ ਬਣਾਈਆਂ ਜਾਂਦੀਆਂ ਨੇਗੀਆਂ। ਇੱਕ ਗੱਲ ਤੁਸੀਂ ਨੋਟ ਕਰੋ, ਕਿਉਂਕਿ ਅਸੀਂ ਬਾਰ-ਬਾਰ ਉੱਧਰ ਬੋਲ ਰਹੇ ਸੀ ਕਿ ਜੋ ਵੈਸਟਰਨ ਦੇ ਵਿੱਚ ਜਿੰਨੀਆਂ ਵੀ ਨਦੀਆਂ ਡਿੱਗਦੀਆਂ ਨੇ ਉਹ ਡੈਲਟਾ ਨਹੀਂ ਬਣਾਉਂਦੇ, ਉਹ ਐਸਟਰੀਜ਼ ਬਣਾਉਂਦੇ। ਹੁਣ ਇੱਥੇ ਜਿੰਨੀਆਂ ਵੀ ਨਦੀਆਂ ਆਪਣਾ ਪਾਣੀ ਲੈ ਕੇ
ਬੇ ਆਫ ਬੰਗਾਲ ਦੇ ਵਿੱਚ ਡਿੱਗਣਗੀਆਂ ਉਹ ਸਾਰੀ ਦੀ ਸਾਰੀਆਂ ਡੈਲਟਾ ਹੀ ਬਣਾਉਣਗੀਆਂ। ਉਹਨਾਂ ਡੈਲਟਾ ਕਰਕੇ ਹੀ ਇੱਥੇ ਲੈਗੂਨਸ ਦਾ ਜਨਮ ਹੋ ਜਾਂਦਾ ਹੈ। ਠੀਕ ਹੈ ਜੀ। ਇਸ ਨੂੰ ਜੇ ਅਸੀਂ ਜ਼ਿਆਦਾ ਵਿਸਥਾਰ ਨਾਲ ਦੇਖਦੇ ਹਾਂ ਤਾਂ ਅਸੀਂ ਇਸ ਨੂੰ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਜਿਵੇਂ ਅਸੀਂ ਵੈਸਟਰਨ ਕੋਸਟਲ ਪਲੇਨਸ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਸੀ, ਤਾਂ ਇਸੇ ਤਰ੍ਹਾਂ ਅਸੀਂ ਇਸ ਦੇ ਲੈਂਡ ਫੀਚਰਸ ਨੂੰ ਦੇਖਦੇ ਹੋਏ ਈਸਟਰਨ ਕੋਸਟਲ ਪਲੇਨ ਨੂੰ ਅੱਗੇ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਪਹਿਲੇ ਨੂੰ ਅਸੀਂ ਉੱਤਰੀ ਤਟਵਰਤੀ ਮੈਦਾਨ ਤੇ ਦੂਸਰੇ ਨੂੰ ਦੱਖਣੀ ਤਟਵਰਤੀ ਮੈਦਾਨ ਕਹਾਂਗੇ। ਹੁਣ ਅਸੀਂ ਗੱਲ ਕਰਦੇ ਹਾਂ ਉੱਤਰੀ ਤਟਵਰਤੀ ਮੈਦਾਨ ਦੀ, ਦਾ ਨਦਰਨ ਕੋਸਟਲ ਪਲੇਨਸ। ਇਹ ਮੈਦਾਨਾਂ ਦਾ ਵਿਸਥਾਰ 16 ਡਿਗਰੀ ਨਾਰਥ ਵਿਕਟਾਰ ਦੇ ਨੇੜੇ ਕ੍ਰਿਸ਼ਨਾ ਦੇ ਮੁਹਾਨੇ ਤੋਂ ਲੈ ਕੇ ਸੁਵਰਨ ਰੇਖਾ ਨਦੀ ਦੇ ਮੁਹਾਨੇ ਤੱਕ ਹੈ। ਇਹ ਲਗਭਗ 1100 ਕਿਲੋਮੀਟਰ ਲੰਬਾ ਤੇ 120 ਕਿਲੋਮੀਟਰ ਚੌੜਾ ਮੈਦਾਨ। ਇਹਨਾਂ ਮੈਦਾਨਾਂ ਨੂੰ ਗੋਲਕੁੰਡਾ ਜਾਂ ਉੱਤਰੀ ਸਰਕਾਰ ਜਾਂ ਕੋਕੂਨਾਦਾ ਦੇ ਤਟਵਰਤੀ ਮੈਦਾਨ ਵੀ ਕਿਹਾ ਜਾਂਦਾ ਹੈ। ਕਹਿਣ ਦਾ ਮਤਲਬ ਕਿ ਉੱਤਰੀ ਤਟਵਰਤੀ ਮੈਦਾਨਾਂ ਨੂੰ ਜੇ ਅਸੀਂ ਸਿੰਪਲ ਭਾਸ਼ਾ ਦੇ ਵਿੱਚ ਕਹੀਏ ਤਾਂ ਇਹਨਾਂ ਨੂੰ ਅਸੀਂ ਨਦਰਨ ਕੋਸਟਲ ਪਲੇਨਸ ਦੇ ਨਾਮ ਨਾਲ ਜਾਣਦੇ ਹਾਂ, ਜੋ ਕਿ 16 ਡਿਗਰੀ ਨਾਰਥ ਤੋਂ ਸ਼ੁਰੂ ਹੋ ਕੇ ਕ੍ਰਿਸ਼ਨਾ ਨਦੀ ਦੇ ਮੁਹਾਨੇ ਤੋਂ ਲੈ ਕੇ ਮਤਲਬ ਸਵਰਨ ਰੇਖਾ ਨਦੀ ਤੱਕ ਹੀ ਫੈਲੇ ਹੋਏ ਹਨ। ਠੀਕ ਹੈ ਜੀ। ਜੋ ਇਹਨਾਂ ਦੀ ਲੰਬਾਈ ਹੈ ਕਿ ਉਹ 1100 ਕਿਲੋਮੀਟਰ ਤੇ ਇਹ ਲੰਬੇ ਨੇ ਤੇ 120 ਕਿਲੋਮੀਟਰ ਇਹ ਸਾਨੂੰ ਚੌੜੇ ਮਿਲਦੇ ਨੇ। ਉੱਤਰੀ ਕੋਸਟਲ ਪਲੇਨਸ ਤੋਂ ਇਲਾਵਾ ਇਸ ਦੇ ਤਿੰਨ ਨਾਮ ਹੋਰ ਨੇ। ਇਹਨੂੰ ਗੋਲਕੁੰਡਾ ਜਾਂ ਨਾਰਥ ਸਰਕਾਰ ਜਾਂ ਕੋਕੋਨਾਦਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉੜੀਸਾ ਦੇ ਤੱਟ ਦੇ ਨਾਲ ਲੱਗਦੇ ਮਹਾਨਦੀ ਦੇ ਡੈਲਟੇ ਨੂੰ ਉੜੀਸਾ ਦੇ ਮੈਦਾਨ ਜਾਂ ਉਤਕਲ ਤੱਟੀ ਮੈਦਾਨ ਕੋਸਟਲ ਪਲੇਨਸ, ਉਤਕਲ ਕੋਸਟਲ ਪਲੇਨਸ ਵੀ ਕਿਹਾ ਜਾਂਦਾ ਹੈ। ਇੱਥੇ ਇਸ ਦਾ ਚੌਥਾ ਨੇਮ ਹੋਰ ਆ ਗਿਆ ਕਿ ਜੋ ਉੜੀਸਾ ਦੇ ਵਿੱਚ, ਉੜੀਸਾ ਸਟੇਟ ਦੇ ਵਿੱਚ ਜੋ ਮਹਾਨਦੀ ਡੈਲਟਾ, ਮਹਾਨਦੀ ਇੱਕ ਨਦੀ ਦਾ ਨਾਮ ਆ ਜਿਹੜੀ ਡੈਲਟਾ ਬਣਾ ਰਹੀ ਆ, ਉਹਦੇ ਨਾਲ ਜੋ ਮੈਦਾਨ ਪੈਦਾ ਹੋਏ ਨੇ ਉਹਨਾਂ ਨੂੰ ਅਸੀਂ ਉੜੀਸਾ ਕੋਸਟਲ ਪਲੇਨ ਜਾਂ ਉਤਕਲ ਕੋਸਟਲ ਪਲੇਨਸ ਵੀ ਕਹਿ ਦਿੰਦੇ ਆਗੇ। ਇਹ ਮੈਦਾਨੀ ਹਿੱਸੇ ਵਿੱਚ ਸਵਰਨ ਰੇਖਾ, ਬ੍ਰਾਹਮਣੀ ਮਹਾਨਦੀ, ਇੰਦਰਾਵਤੀ, ਗੋਦਾਵਰੀ, ਕ੍ਰਿਸ਼ਨਾ ਨਦੀਆਂ ਦੁਆਰਾ ਦੱਖਣ ਦੀ ਪਠਾਰ ਤੋਂ ਮਿੱਟੀ ਲਿਆ ਕੇ ਵਿਛਾਈ ਗਈ ਹੈ, ਜਿਸ ਨਾਲ ਘੱਟ ਉਚਾਈ ਵਾਲੇ ਚੌੜੇ ਡੈਲਟਾਈ ਭਾਗ ਬਣਦੇ ਹਨ। ਇਹਨਾਂ ਡੈਲਟਾਈ ਭਾਗਾਂ ਤੋਂ ਇਲਾਵਾ ਇਹਨਾਂ ਮੈਦਾਨਾਂ ਵਿੱਚ ਦੋ ਵੱਡੀਆਂ ਝੀਲਾਂ ਮਿਲਦੀਆਂ ਹਨ। ਚਿਲਕਾ ਝੀਲ ਜੋ ਕਿ 70 ਕਿਲੋਮੀਟਰ ਲੰਬੀ ਹੈ, ਜਿਸ ਵਿੱਚ ਦੋ ਭਾਰਗਾਵੀ ਅਤੇ ਦਇਆ ਨਦੀ ਘਾਟੀਆਂ ਮਿਲਦੀਆਂ ਹਨ। ਦੂਸਰੀ ਝੀਲ ਕੋਲੂਰ ਕ੍ਰਿਸ਼ਨਾ ਅਤੇ ਗੋਦਾਵਰੀ ਦੇ ਡੈਲਟਾ ਦੇ ਵਿਚਕਾਰ ਮਿਲਦੀਆਂ ਹਨ। ਤਾਂ ਇੱਥੇ ਦੱਸਿਆ ਜਾ ਰਿਹਾ ਕਿ ਜੋ ਸਾਡੇ ਨਾਰਥ ਕੋਸਟਲ ਪਲੇਨਸ ਨੇ, ਜਿਨ੍ਹਾਂ ਨੂੰ ਅਸੀਂ ਉਤਕਲ ਕੋਸਟਲ ਪਲੇਨਸ ਜਾਂ ਉੜੀਸਾ ਪਲੇਨਸ ਵੀ ਬੋਲ ਸਕਦੇ ਹਾਂ, ਸਰਕਾਰ ਨਾਰਥ ਸਰਕਾਰ ਵੀ ਕਹਿ ਸਕਦੇ ਹਾਂ, ਕੋਕੋਨਾਦ ਵੀ ਕਹਿ ਸਕਦੇ ਹਾਂਗੇ। ਠੀਕ ਹੈ ਜੀ। ਇਹਨਾਂ ਦੇ ਨਾਮ ਨੇ ਇਹ, ਗੋਲਕੁੰਡਾ ਵੀ ਕਹਿ ਸਕਦੇ ਹਾਂਗੇ। ਇਹਨਾਂ ਮੈਦਾਨਾਂ ਦੇ ਵਿੱਚ ਜੋ ਹੈਗੇ ਨਦੀਆਂ ਕਿਹੜੀਆਂ ਸਵਰਨ ਰੇਖਾ, ਬ੍ਰਾਹਮਣੀ ਮਹਾਨਦੀ, ਇੰਦਰਾਵਤੀ, ਗੋਦਾਵਰੀ, ਕ੍ਰਿਸ਼ਨਾ ਨਦੀਆਂ ਨੇ ਆਪਣਾ ਜਿਹੜਾ ਦੱਖਣ ਦੀ ਪਠਾਰ ਤੋਂ ਸੈਂਟਰ ਦੇ ਵਿੱਚ ਇੰਡੀਆ ਦੇ ਆਪਣਾ ਮਿੱਟੀ ਲੈ ਕੇ ਆਉਂਦੀਆਂ ਨੇ। ਮਿੱਟੀ ਲੈ ਕੇ ਮਤਲਬ ਉਹ ਨਦੀਆਂ ਸੈਂਟਰ ਦੇ ਵਿੱਚ ਇੰਡੀਆ ਦੇ ਵਹਿੰਦੀਆਂ ਨੇ, ਉੱਥੋਂ ਆਪਣੇ ਨਾਲ ਰਸਤੇ ਦੇ ਵਿੱਚ ਜਿੰਨੀ ਸੌਫਟ ਰੌਕਸ ਮਿਲਦੀਆਂ ਨੇ ਕਿ ਉਹਨਾਂ ਨੂੰ ਇਰੋਡ ਕਰਕੇ ਆਪਣੇ ਵਿੱਚ ਰਲਾ ਲੈਂਦੇ ਨੇ। ਐਂਡ ਤੇ ਆ ਕੇ ਜਦੋਂ ਸਮੁੰਦਰ 'ਚ ਡਿੱਗਦੀਆਂ ਨੇ ਤਾਂ ਉੱਥੇ ਐਲੀਵੇਸ਼ਨ ਘਟਣ ਕਾਰਨ ਉੱਥੋਂ ਉਹ ਆਪਣੇ ਨਾਲ ਲਿਆਂਦਾ ਹੋਇਆ ਜਿੰਨਾ ਵੀ ਸੈਡੀਮੈਂਟ ਹੁੰਦਾ ਇਹਨਾਂ ਨੂੰ ਇੱਕ ਥਾਂ 'ਤੇ ਜਮ੍ਹਾਂ ਕਰ ਦਿੰਦੇ ਨੇ, ਜਿਸ ਨੂੰ ਅਸੀਂ ਡੈਲਟਾ ਕਹਿੰਦੇ ਹਾਂ। ਇੱਥੇ ਸਾਨੂੰ ਦੋ ਵੱਡੀਆਂ ਜਿਹੜੀਆਂ ਝੀਲਾਂ ਦੇਖਣ ਨੂੰ ਮਿਲਦੀਆਂ ਨੇ। ਸਭ ਤੋਂ ਪਹਿਲੀ ਝੀਲ ਹੈਗੀ ਚਿਲਿਕਾ ਲੇਕ। ਠੀਕ ਹੈ ਜੀ। ਇਹ 70 ਕਿਲੋਮੀਟਰ ਦੇ ਲਗਭਗ ਫੈਲੀ ਹੋਈ ਹੈਗੀ। ਇਸ ਦੇ ਵਿੱਚ ਦੋ ਜਿਹੜੇ ਸਾਨੂੰ ਭੂ-ਭਾਗ ਦੇਖਣ ਨੂੰ ਮਿਲਦੇ ਨੇ, ਭਾਰਗਵੀ ਅਤੇ ਦਇਆ ਨਦੀ ਘਾਟੀਆਂ ਇੱਥੇ ਦੇਖਣ ਨੂੰ ਮਿਲਦੇ। ਦੂਸਰੀ ਝੀਲ ਜਿਹੜੀ ਹੈਗੀ ਕੈਲੂਰ ਲੇਕ ਹੈਗੀ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਉਹਦੇ ਵਿੱਚ ਵੀ ਦੋ ਡੈਲਟਾ ਬਣਾਉਂਦੇ ਨੇ ਨਦੀਆਂ, ਕਿਹੜੀ, ਇੱਕ ਕ੍ਰਿਸ਼ਨਾ, ਇੱਕ ਗੋਦਾਵਰੀ। ਇਹ ਬੇਟਾ ਆਪਣਾ ਇੰਡੀਆ ਦਾ ਮੈਪ ਹੈ। ਇਹਦੇ ਵਿੱਚ ਅਸੀਂ ਗੱਲ ਕਰ ਰਹੇ ਸੀਗੇ ਜੋ ਸਾਡੀਆਂ ਨਦੀਆਂ ਘਾਟੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇਗੀਆਂ। ਠੀਕ ਹੈ ਜੀ। ਉਸ ਤੇ ਅਸੀਂ ਗੱਲ ਕੀਤੀ ਸੀ ਕਿ ਇਹ ਸਵਰਨ ਰੇਖਾ ਤੋਂ ਲੈ ਕੇ ਜੋ ਪਲੇਨਸ ਨੇ, ਨਦਰਨ ਕੋਸਟਲ ਪਲੇਨਸ ਨੇਗੇ, ਸਵਰਨ ਨਦੀ ਤੋਂ ਲੈ ਕੇ ਇਹ 1100 ਕਿਲੋਮੀਟਰ ਤੱਕ ਲਗਭਗ ਫੈਲੇ ਹੋਏ ਨੇਗੇ। ਠੀਕ ਹੈ ਜੀ। ਇੱਥੇ ਤੁਸੀਂ ਦੇਖੋਗੇ ਕਿ ਇਹ ਹੈਗੀ ਸਾਡੀ ਈਸਟਰਨ ਸਾਈਡ ਇੰਡੀਆ ਦੀ, ਇਹ ਹੈਗੀ ਆ ਵੈਸਟਰਨ ਸਾਈਡ। ਵੈਸਟਰਨ ਸਾਈਡ ਦੇ ਅਸੀਂ ਜਿੰਨੇ ਲੈਂਡ ਫੀਚਰਸ ਸੀਗੇ ਅਸੀਂ ਦੇਖ ਲਏ। ਇੱਧਰ ਅਸੀਂ ਈਸਟਰਨ ਸਾਈਡ ਦੇ ਉੱਤੇ ਦੋ ਲੈਂਡ ਫੀਚਰਸ ਨੂੰ ਸਮਝਿਆਗਾ, ਦੋ ਬਣਾਏ ਨੇਗੇ, ਇੱਕ ਨਾਰਥ ਕੋਸਟਲ ਪਲੇਨਸ ਤੇ ਦੂਸਰਾ ਸਾਊਥ ਕੋਸਟਲ ਪਲੇਨਸ, ਜਿਨ੍ਹਾਂ ਨੂੰ ਅਸੀਂ ਸਾਊਥ ਵਾਲਿਆਂ ਨੂੰ ਕੋਰੋਮੰਡਲ ਦੇ ਨਾਮ ਨਾਲ ਵੀ ਜਾਣਦੇ ਹਾਂ। ਠੀਕ ਹੈ ਜੀ। ਮਤਲਬ ਇਹ ਵਾਲੀ ਚੀਜ਼ ਦੇ ਵਿੱਚ ਪੂਰੇ ਦੇ ਪੂਰੇ ਜਿਹੜੇ ਪਲੇਨਸ ਮਿਲਦੇ ਨੇ ਉਹਨਾਂ ਦੀ ਅਸੀਂ ਪੂਰੀ ਡਿਟੇਲ ਹੁਣ ਲਾਸਟ ਦੇ ਵਿੱਚ ਕੀਤੀ ਹੈਗੀ। ਇੱਥੇ ਸਾਨੂੰ ਉੜੀਸਾ ਦੇ ਵਿੱਚ ਜੋ ਪਲੇਨਸ ਮਿਲਦੇ ਨੇ ਦੇਖਣ ਨੂੰ, ਉਹਨਾਂ ਨੂੰ ਉੜੀਸਾ ਪਲੇਨਸ ਵੀ ਆਖ ਦਿੱਤਾ ਜਾਂਦਾ ਹੈਗਾ। ਉੜੀਸਾ ਦੇ ਵਿੱਚ ਹੀ ਸਾਨੂੰ ਦੋ ਲੇਕਸ ਮਿਲਦੀਆਂ ਨੇਗੀਆਂ। ਇੱਕ ਹੈਗੀ ਕਿ ਇਸ ਜੋ ਸਾਡੇ ਬੇ ਆਫ ਬੰਗਾਲ ਦੇ ਨਾਲ ਲੱਗਦੀ ਹੈਗੀ, ਇੱਕ ਨੂੰ ਬੋਲਿਆ ਜਾਂਦਾ ਹੈਗਾ ਸਾਡਾ ਕੈਲੂਰ ਲੇਕਸ, ਦੂਸਰੀ ਨੂੰ ਬੋਲਿਆ ਜਾਂਦਾ ਚਿਲਿਕਾ ਲੇਕ। ਇਹ ਬੇਟਾ ਸਾਡੀਆਂ ਵਰਲਡ ਲਾਈਫ ਸੈਂਚੁਰੀਜ਼ ਦਾ ਵੀ ਕੰਮ ਕਰਦੇ ਨੇ। ਇੱਥੇ ਬਹੁਤ ਸਾਰੇ ਐਨੀਮਲਸ ਨੇਗੇ ਜਿਹੜੇ ਬਰਡਸ ਨੇਗੇ, ਉੱਡ ਸਕਦੇ ਨੇ। ਉਹ ਆਉਂਦੇ ਨੇ ਅਦਰ ਕੰਟਰੀਜ਼ ਤੋਂ, ਉਰੇ ਆ ਕੇ ਆਪਣਾ ਰਹਿਣ ਬਸੇਰਾ ਬਣਾਉਂਦੇ ਨੇ ਜੀ।
ਠੀਕ ਹੈ ਜੀ। ਕਹਿਣ ਦਾ ਮਤਲਬ ਸਰਦੀਆਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਤਾਂ ਸਾਈਬੇਰੀਅਨ ਕੰਟਰੀ ਨੇ ਜਿੰਨੇ ਵੀ ਉੱਥੋਂ ਜਿਹੜੇ ਪੰਛੀ ਨੇ ਉਹ ਉੱਡ ਕੇ ਆਪਣਾ ਚਿਲਿਕਾ ਲੇਕ ਦੇ ਉੱਤੇ ਆ ਕੇ ਰਹਿਣ ਬਸੇਰਾ ਬਣਾ ਲੈਂਦੇ ਨੇਗੇ। ਇਹ ਸੀਗਾ ਬੇਟਾ ਪੂਰੇ ਦਾ ਪੂਰਾ ਜੋ ਏਰੀਆ ਹੈਗਾ, ਇਹਨਾਂ ਨੂੰ ਅਸੀਂ ਨਦਰਨ ਕੋਸਟਲ ਪਲੇਨਸ ਦੇ ਨਾਂ ਨਾਲ ਜਾਣਦੇ ਆ। ਨੈਕਸਟ ਹੈ ਜੀ ਤੁਹਾਡਾ ਸਦਰਨ ਕੋਸਟਲ ਪਲੇਨ। ਕ੍ਰਿਸ਼ਨਾ ਨਦੀ ਦੇ ਡੈਲਟੇ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲਗਭਗ 900 ਕਿਲੋਮੀਟਰ ਲੰਬੇ ਇਸ ਮੈਦਾਨੀ ਹਿੱਸੇ ਨੂੰ ਕੋਰੋਮੰਡਲ ਤੱਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬੇਟਾ ਜਦੋਂ ਅਸੀਂ ਗੱਲ ਕਰ ਰਹੇ ਸੀ ਕਿ ਸਵਰਨ ਰੇਖਾ ਤੋਂ ਲੈ ਕੇ ਕ੍ਰਿਸ਼ਨਾ ਨਦੀ ਤੱਕ ਦਾ ਜੋ ਏਰੀਆ ਹੈਗਾ ਉਹਨਾਂ ਨੂੰ ਸਦਰਨ ਕੋਸਟਲ ਪਲੇਨਸ ਅਸੀਂ ਕਹਿੰਦੇ ਆ, ਤੇ ਕ੍ਰਿਸ਼ਨਾ ਨਦੀ ਤੋਂ ਲੈ ਕੇ ਦੱਖਣੀ ਸਾਡਾ ਕੰਨਿਆ ਕੁਮਾਰੀ ਤੱਕ ਜੋ ਏਰੀਆ ਹੈਗਾ ਉਹਨੂੰ ਅਸੀਂ ਦੱਖਣੀ ਤਟਵਰਤੀ ਮੈਦਾਨ ਜਾਂ ਸਦਰਨ ਕੋਸਟਲ ਪਲੇਨਸ ਵੀ ਕਹਿੰਦੇ ਆ, ਜਿਨ੍ਹਾਂ ਦੀ ਲੰਬਾਈ 900 ਕਿਲੋਮੀਟਰ ਦੇ ਲਗਭਗ ਬਣਦੀ ਹੈ। ਇਹਨਾਂ ਨੂੰ ਦੂਸਰਾ ਨਾਮ ਕੋਰੋਮੰਡਲ ਕੋਸਟਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਜੇ ਤੁਹਾਨੂੰ ਕੋਰੋਮੰਡਲ ਤੱਟ ਕੋਈ ਪੁੱਛ ਲੇ ਤਾਂ ਤੁਸੀਂ ਉਸਦਾ ਸਿੱਧਾ ਮਤਲਬ ਆ ਕਿ ਉਹ ਦੱਖਣੀ ਤਟਵਰਤੀ ਮੈਦਾਨਾਂ ਬਾਰੇ ਗੱਲ ਕਰ ਰਿਹਾ ਹੈ। ਜੇ ਬੇਟਾ ਅਸੀਂ ਇਹਨਾਂ ਮੈਦਾਨਾਂ ਦੀ ਚੌੜਾਈ ਦੀ ਗੱਲ ਕਰੀਏ ਤਾਂ ਅਸੀਂ ਦੇਖਾਂਗੇ ਕਿ ਦੱਖਣ ਦੇ ਕੋਸਟਲ ਪਲੇਨਸ ਨੇ ਜਿਹੜੇ ਉਹ ਸਦਰਨ ਕੋਸਟਲ ਪਲੇਨਸ ਦੇ ਨਾਲੋਂ ਜ਼ਿਆਦਾ ਚੌੜੇ ਉੱਚੇ ਨੇ। ਇਹਨਾਂ ਦੇ ਵਿੱਚ ਹੈਗਾ ਜਿਹੜਾ ਕ੍ਰਿਸ਼ਨਾ, ਪੇਨਾਰ, ਕਾਵੇਰੀ ਅਤੇ ਵਾਇਗਈ ਨਦੀਆਂ ਦੇ ਦੱਖਣੀ ਪਹਾੜੀ ਸਮੂਹ ਵਿੱਚ ਮਿੱਟੀ ਲਿਆ ਕੇ ਚੌੜੇ ਅਤੇ ਉਪਜਾਊ ਡੈਲਟਾ ਦਾ ਨਿਰਮਾਣ ਕੀਤਾ ਗਿਆ ਹੈ। ਇਹਨਾਂ ਜੋ ਏਰੀਆ ਦਾ ਬੇਟਾ ਸਾਡਾ ਦੱਖਣ ਕੋਸਟਲ ਪਲੇਨਸ ਨੇ, ਇਹਨਾਂ ਦੇ ਵਿੱਚ ਕਿਹੜੀਆਂ ਨਦੀਆਂ ਆਉਂਦੀਆਂ ਨੇ? ਕ੍ਰਿਸ਼ਨਾ, ਪਾਮੇਰ, ਕਾਵੇਰੀ ਅਤੇ ਵੰਗਈ ਜਿਹੜੀਆਂ ਨਦੀਆਂ ਨੇ ਉਹ ਇਸ ਨੂੰ ਆਪਣਾ ਪਾਣੀ ਇੱਥੋਂ ਦੀ ਲੈ ਕੇ ਨਿਕਲਦੀਆਂ ਨੇ ਤੇ ਆਪਣੇ ਨਾਲ ਲਿਆਂਦਾ ਹੈ ਜਿਹੜਾ ਸੈਂਟਰ ਦੇ ਵਿੱਚੋਂ ਜਿੱਥੋਂ ਵੀ ਉਹ ਚੱਲਦੇ ਨੇ ਸੈਂਟਰ ਪਲੇਟੂ ਰੀਜਨ ਦੇ ਵਿੱਚੋਂ ਉੱਥੋਂ ਚੱਲ ਕੇ ਜਿੰਨੀ ਆਪਣੇ ਨਾਲ ਲਿਆਂਦਾ ਹੈ ਸੈਡੀਮੈਂਟ ਹੈਗਾ ਉਹ ਸਾਡੇ ਈਸਟਰਨ ਸਾਈਡ ਦੇ ਉੱਤੇ ਸਮੁੰਦਰ ਦੇ ਵਿੱਚ ਡਿੱਗਣ ਤੋਂ ਪਹਿਲਾਂ ਇਕੱਠਾ ਕਰ ਦਿੰਦੀਆਂ ਨੇ। ਠੀਕ ਹੈ ਜੀ। ਉਸੇ ਨਾਲ ਹੀ ਜਿਹੜਾ ਹੈਗਾ ਇਹਨਾਂ ਤਟਵਰਤੀ ਮੈਦਾਨਾਂ ਦਾ ਨਿਰਮਾਣ ਹੁੰਦਾ ਜਿਹੜੇ ਕਿ ਨਦਰਨ ਕੋਸਟਲ ਪਲੇਨਸ ਦੇ ਨਾਲੋਂ ਜ਼ਿਆਦਾ ਚੌੜੇ ਤੇ ਜ਼ਿਆਦਾ ਉੱਚੇ ਨੇ ਤੇ ਉਪਜਾਊ ਜ਼ਿਆਦਾ ਨੇ, ਡੈਲਟਾ ਹੀ ਨੇ। ਇਸ ਤੋਂ ਇਲਾਵਾ ਬੇਟਾ ਇਹਨਾਂ ਮੈਦਾਨਾਂ ਦੇ ਵਿੱਚ ਪੁਲੀਕਟ ਅਤੇ ਕਾਵੇਰੀ ਦਾ ਡੈਲਟਾ ਦੇ ਪ੍ਰਮੁੱਖ ਧਰਾਤਲੀ ਵਿਸ਼ੇਸ਼ਤਾਵਾਂ ਹਨ। ਇੱਥੇ ਦੋ ਤਰ੍ਹਾਂ ਦੇ ਬੇਟਾ ਲੇਕਸ ਪਾਈਆਂ ਜਾਂਦੀਆਂ ਨੇ, ਇੱਕ ਤਾਂ ਹੈਗੀ ਪੁਲੀਕਟ ਤੇ ਦੂਸਰਾ ਕਾਵੇਰੀ ਦਾ ਡੈਲਟਾ ਹੈ ਜਿਹੜਾ ਉਹਦੀਆਂ ਆਪਣੀਆਂ ਧਰਾਤਲੀ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਨੇ। ਜੇ ਅਸੀਂ ਇਹਦੇ ਮੈਪ ਦੀ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਕਿ ਲਾਸਟ ਟਾਈਮ ਜੋ ਅਸੀਂ ਪੜ੍ਹਿਆ ਸੀਗਾ ਕਿ ਇੱਥੋਂ ਸਵਰਨ ਰੇਖਾ ਤੋਂ ਲੈ ਕੇ ਕ੍ਰਿਸ਼ਨਾ ਨਦੀ ਤੱਕ ਦਾ ਜੋ ਏਰੀਆ ਹੈਗਾ, ਇੱਥੇ ਕ੍ਰਿਸ਼ਨਾ ਨਦੀ ਹੋਏਗੀ ਦੇ ਵਿੱਚ ਦਾ ਏਰੀਆ ਹੈਗਾ ਇਹ ਨਦਰਨਾ। ਠੀਕ ਹੈ ਜੀ। ਤੇ ਜੋ ਕ੍ਰਿਸ਼ਨਾ ਨਦੀ ਤੋਂ ਲੈ ਕੇ ਇੱਥੋਂ ਕ੍ਰਿਸ਼ਨਾ ਨਦੀ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦਾ ਏਰੀਆ ਹੈਗਾ ਜਿਹੜਾ ਆ ਪਰਪਲ ਕਲਰ ਦੇ ਵਿੱਚ ਆਪਾਂ ਸ਼ੋ ਕਰਤਾ, ਇਹ ਸਾਰਾ ਏਰੀਆ ਸਾਡਾ ਸਦਰਨ ਕੋਸਟਲ ਪਲੇਨਸ ਆ, ਜਿਨ੍ਹਾਂ ਨੂੰ ਅਸੀਂ ਕੋਰੋਮੰਡਲ ਕੋਸਟਲ ਪਲੇਨਸ ਦੇ ਨਾਲ ਵੀ ਜਾਣਦੇ ਹਾਂ। ਜਿੱਥੇ ਇਹ ਨਦਰਨ ਤੇ ਸਦਰਨ ਦੋਨੋਂ ਆ ਕੇ ਇਕੱਠੇ ਹੋ ਜਾਂਦੇ ਨੇ ਉੱਥੇ ਸਾਡਾ ਬਣ ਜਾਂਦਾ ਹੈਗਾ ਕੇਪ ਕਮੋਰਿਨ, ਇੱਕ ਪੁਆਇੰਟ ਬਣ ਜਾਂਦਾ ਹੈਗਾ। ਇਸ ਜਿਹੜੀ ਡਿਪ ਆ ਇੰਡੀਆ ਦਾ ਸਭ ਤੋਂ ਨਦਰਨ ਉਸ ਨੂੰ ਆਪਾਂ ਬੋਲਦੇ ਹਾਂ। ਠੀਕ ਹੈ ਜੀ। ਇਹ ਆਪਣਾ ਹੁਣ ਤੱਕ ਦਾ ਬੇਟਾ ਹੁਣ ਤੱਕ ਜੋ ਸਾਡਾ ਈਸਟਰਨ ਤੇ ਵੈਸਟਰਨ ਕੋਸਟਲ ਪਲੇਨਸ ਸੀਗੇ ਉਹਨਾਂ ਦੀ ਅਸੀਂ ਪੂਰੀ ਸਟੱਡੀ ਕਰ ਲਈ ਅਕੋਰਡਿੰਗ ਟੂ ਇੱਕ 10ਵੀਂ ਦੇ ਸਟੈਂਡਰਡ ਤੱਕ। ਜੋ ਭਾਰਤ ਦੀ ਮੇਨਲੈਂਡ ਹੁਣ ਤੱਕ ਜਿੰਨਾ ਅਸੀਂ ਇੱਕ ਚੈਪਟਰ ਇਹ ਕੰਪਲੀਟ ਕਰਿਆ ਹੈਗਾ, ਇਹਦੇ ਵਿੱਚ ਅਸੀਂ ਦੇਖਿਆ ਕਿ ਭਾਰਤ ਦੇ ਆਪਣੀ ਮੇਨਲੈਂਡ ਦੇ ਕਿਹੜੇ ਫੀਚਰ ਨੇ, ਜਿਹਦੇ ਵਿੱਚ ਅਸੀਂ ਦੇਖਿਆ ਸੀ ਕਿ ਹਿਮਾਲਿਆ, ਨਦਰਨ ਪਲੇਨਸ, ਕੋਸਟਲ ਪਲੇਨਸ, ਪੈਨੀਸੂਲਰ ਪਲੇਟੂ, ਇਹ ਚਾਰ ਅਸੀਂ ਕਰ ਲਏ ਸੀ। ਉਸ ਤੋਂ ਇਲਾਵਾ ਬੇਟਾ ਜੋ ਅਸੀਂ ਸਾਡਾ ਲਾਸਟ ਜਿਹੜਾ ਇੱਕ ਲੈਂਡ ਫੀਚਰ ਬਚਦਾ ਹੈਗਾ ਉਹਨੂੰ ਅਸੀਂ ਭਾਰਤੀ ਦੀਪ ਦੇ ਨਾਲ ਜਾਣਦੇ ਹਾਂ, ਕਿਉਂਕਿ ਜਿਹੜੇ ਭਾਰਤ ਦੀ ਮੇਨਲੈਂਡ ਤੋਂ ਦੂਰ 200 ਕਿਲੋਮੀਟਰ ਜਾਂ 200 ਮਾਈਲ ਦੀ ਦੂਰੀ ਦੇ ਤੱਟ ਦੇ ਨਾਲ ਜਦੋਂ ਤੱਟ ਦੇ ਨਾਲ ਤੋਂ ਲੈ ਕੇ 200 ਮਾਈਲ ਦੀ ਦੂਰੀ ਦੇ ਵਿੱਚ ਜਿਹੜਾ ਸਾਡਾ ਐਕਸਟ੍ਰੀਮ ਇਕਨੋਮਿਕ ਜ਼ੋਨ ਹੁੰਦਾ ਉਹਦੇ ਵਿੱਚ ਜਿੰਨੇ ਵੀ ਆਈਲੈਂਡਸ ਆਉਂਦੇ ਨੇ ਕਿ ਉਹਨਾਂ ਤੇ ਸਾਡੇ ਭਾਰਤ ਦਾ ਹੀ ਅਧਿਕਾਰ ਹੋਵੇਗਾ। ਠੀਕ ਹੈ ਜੀ। ਉਹ 200 ਮਾਈਲਸ ਦੇ ਏਰੀਆ ਦੇ ਅੰਡਰ ਸਾਡੇ ਕੋਲ ਦੋ ਤਰ੍ਹਾਂ ਦੇ ਟਾਪੂ ਆਉਂਦੇ ਨੇ, ਇੱਕ ਹੈਗੇ ਨੇਗੇ ਲਕਸ਼ਦੀਪ ਸਮੂਹ ਆਈਲੈਂਡ ਸਿਸਟਮ ਜਾਂ ਰੇਂਜ, ਇੱਕ ਹੈਗੀ ਸਾਡੀ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਜਿਹੜੇ ਪੂਰੀ ਰੇਂਜ ਬਣਦੀ ਹੈਗੀ। ਤਾਂ ਇੱਥੇ ਅਸੀਂ ਉਹਨਾਂ ਦੀ ਹੀ ਗੱਲ ਕਰਾਂਗੇ। ਮੁੱਖ ਧਰਾਤਲ ਤੋਂ ਇਲਾਵਾ ਭਾਰਤੀ ਗਣਰਾਜ ਦਾ ਕੰਟਰੋਲ ਸਮੁੰਦਰ ਵਿੱਚ ਟਾਪੂਆਂ ਦੀਪਾਂ ਤੱਕ ਹੈ। ਭਾਰਤ ਦੇ ਦੀਪਾਂ ਦੀ ਕੁੱਲ ਜਨਸੰਖਿਆ 250 ਦੇ ਕਰੀਬ ਹੈ। ਸਥਿਤੀ ਦੇ ਆਧਾਰ ਤੇ ਭਾਰਤੀ ਟਾਪੂਆਂ ਦੀਪਾਂ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਤੱਟ ਤੋਂ ਦੂਰ ਦੇ ਟਾਪੂ ਅਤੇ ਤੱਟ ਦੇ ਨੇੜੇ ਦੇ ਟਾਪੂ। ਮੈਂ ਬੇਟਾ ਆਪਾਂ ਜੋ ਗੱਲ ਕਰੀ ਕਿ ਜੋ ਮੇਨਲੈਂਡ ਤੋਂ ਇਲਾਵਾ 200 ਨੌਟੀਕਲ ਮਾਈਲ ਦੇ ਏਰੀਆਜ਼ ਦੇ ਵਿੱਚ ਜੋ ਸਾਨੂੰ ਪੂਰੇ ਆਈਲੈਂਡ ਮਿਲਦੇ ਨੇ ਉਹਨਾਂ ਦੇ ਉੱਤੇ ਭਾਰਤ ਦਾ ਹੀ ਕਬਜ਼ਾ ਮੰਨਿਆ ਜਾਂਦਾ ਹੈ। ਉਹਨਾਂ ਦੀ ਗਿਣਤੀ ਜੇ ਅਸੀਂ ਗੱਲ ਕਰੀਏ ਤਾਂ ਉਹ 250 ਦੇ ਕਰੀਬ ਸਾਨੂੰ ਦੇਖਣ ਨੂੰ ਮਿਲਦੀ ਹੈ। ਉਹਨਾਂ ਨੂੰ ਅਸੀਂ ਦੂਰੀ ਦੇ ਆਧਾਰ ਤੇ ਦੋ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ, ਇੱਕ ਉਹ ਟਾਪੂ ਜਾਂ ਆਈਲੈਂਡ ਜਿਹੜੇ ਭਾਰਤ ਦੇ ਮੇਨਲੈਂਡ ਤੋਂ ਬਹੁਤ ਜ਼ਿਆਦਾ ਦੂਰ ਨੇ, ਦੂਸਰੇ ਉਹ ਟਾਪੂ ਜਿਹੜੇ ਭਾਰਤ ਦੀ ਮੇਨਲੈਂਡ ਤੇ ਬਹੁਤ ਜ਼ਿਆਦਾ ਨੇੜੇ ਨੇ। ਹੁਣ ਅਸੀਂ ਸਭ ਤੋਂ ਪਹਿਲਾਂ ਆਫਸ਼ੋਰ ਆਈਲੈਂਡ ਦੀ ਗੱਲ ਕਰਾਂਗੇ, ਤੱਟ ਤੋਂ ਜਿਹੜੇ ਦੂਰ ਦੇ ਟਾਪੂ ਨੇ। ਅਜਿਹੇ ਟਾਪੂਆਂ ਦੀ ਕੁੱਲ ਸੰਖਿਆ ਜਿਹੜੀ ਹੈਗੀ ਆ
ਉਹ 230 ਦੇ ਲਗਭਗ ਸਾਡੇ ਕੋਲ ਮਿਲਦੀ ਹੈਗੀ, ਜਿਹੜੀ ਕਿ ਬਹੁਤ ਵੱਡੇ ਸਮੂਹ ਦੇ ਵਿੱਚ ਮਿਲਦੇ ਨੇ। ਭਾਰਤੀ ਸਮੁੰਦਰੀ ਸਥਿਤੀ ਦੇ ਆਧਾਰ ਤੇ ਵੀ ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਅਰਬ ਸਾਗਰ ਦੇ ਦੀਪ ਸਮੂਹ ਅਤੇ ਬੰਗਾਲ ਦੀ ਖਾੜੀ ਦੇ ਦੀਪ ਸਮੂਹ। ਹੁਣ ਦੋਸਤੋ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਆਫਸ਼ੋਰ ਆਈਲੈਂਡਸ ਦੀ, ਕਹਿਣ ਦਾ ਮਤਲਬ ਕਿ ਉਹ ਆਈਲੈਂਡ ਜਿਹੜੇ ਤੱਟ ਤੋਂ ਬਹੁਤ ਜ਼ਿਆਦਾ ਦੂਰ ਨੇ, ਜੋ ਇਹਨਾਂ ਦੀ ਗਿਣਤੀ ਹੈ ਸਾਡੇ ਕੋਲ 230 ਦੇ ਕਰੀਬ ਮਿਲਦੀ ਹੈਗੀ। ਹੁਣ ਸਮੁੰਦਰ ਦੇ ਸਥਿਤੀ ਦੇ ਆਧਾਰ ਤੇ ਉਹਨਾਂ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ। ਕਹਿਣ ਦਾ ਮਤਲਬ ਕਿ ਇੱਕ ਉਹ ਟਾਪੂ ਜੋ ਸਾਨੂੰ ਬੇ ਆਫ ਬੰਗਾਲ ਦੇ ਵਿੱਚ ਮਿਲਦੇ ਨੇ, ਤੇ ਇੱਕ ਉਹ ਟਾਪੂ ਜੋ ਸਾਨੂੰ ਅਰੇਬੀਅਨ ਸੀ ਦੇ ਵਿੱਚ ਮਿਲਦੇ ਨੇਗੇ। ਹੁਣ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ ਆਈਲੈਂਡ ਗਰੁੱਪ ਆਫ ਅਰੇਬੀਅਨ ਸੀ। ਉਹ ਟਾਪੂ ਜਾਂ ਆਈਲੈਂਡਸ ਜਾਂ ਦੀਪ ਸਮੂਹ ਜਿਹੜੇ ਸਾਨੂੰ ਅਰਬ ਸਾਗਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਦੱਖਣ ਪੂਰਬੀ ਅਰਬ ਸਾਗਰ ਵਿੱਚ ਪ੍ਰਵਾਲ ਪੱਟੀਆਂ ਕੋਰਲ ਰੀਫ ਦੇ ਜਮਾਂ ਨਾਲ ਬਣਨ ਵਾਲੇ ਦੀਪਾਂ ਨੂੰ ਲਕਸ਼ਦੀਪ ਸਮੂਹ ਆਖਿਆ ਜਾਂਦਾ ਹੈ। ਇਹਨਾਂ ਦੀ ਸੰਖਿਆ 25 ਹੈ ਅਤੇ ਇਹ ਦੀਪ ਸਮੂਹ ਦੇ 3 ਵੱਡੇ ਹਿੱਸੇ ਹਨ। ਉੱਤਰੀ ਹਿੱਸੇ ਵਾਲੇ ਟਾਪੂਆਂ ਦਾ ਨਾਮ ਅਮੀਨ ਦੀਪ ਅਤੇ ਮੱਧਵਰਤੀ ਟਾਪੂਆਂ ਦਾ ਨਾਮ ਲਾਕਾਦੀਪ ਅਤੇ ਦੱਖਣੀਆਂ ਨੂੰ ਮਿਨੀ ਕੋਈਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹੁਣ ਸਭ ਤੋਂ ਪਹਿਲਾਂ ਇਹ ਗੱਲ ਕਰ ਰਹੇ ਨੇ ਕਿ ਅਰਬ ਸਾਗਰ ਦੇ ਵਿੱਚ ਜਿਹੜੇ ਦੀਪ ਸਮੂਹ ਸਾਨੂੰ ਆਈਲੈਂਡ ਸਿਸਟਮ ਦੇਖਣ ਨੂੰ ਮਿਲਦਾ ਹੈਗਾ, ਤਾਂ ਉਹਨਾਂ ਨੂੰ ਬੇਟਾ ਜੋ ਅਸੀਂ ਇੱਕ ਪੂਰੇ ਨੂੰ ਆਪਣੇ ਆਪ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਨੂੰ ਲਕਸ਼ਦੀਪ ਸਮੂਹ ਦੇ ਨਾਂ ਨਾਲ ਜਾਣਦੇ ਹਾਂਗੇ। ਜਦੋਂ ਅਸੀਂ ਉਹ 25 ਆਈਲੈਂਡ ਨੇਗੇ, ਜੇ ਉਹਨਾਂ ਦੀ ਅਸੀਂ ਡਿਟੇਲ ਸਟੱਡੀ ਕਰਦੇ ਹਾਂ ਤਾਂ ਉਸ ਨੂੰ ਅਸੀਂ 3 ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਨਾਰਥ, ਫਿਰ ਮਿਡ, ਫਿਰ ਸਾਡਾ ਸਦਰਨ। ਜਿਹੜਾ ਸਭ ਤੋਂ ਪਹਿਲਾ ਨਾਰਥ ਹਿੱਸਾ ਹੈਗਾ ਉਹਨੂੰ ਅਸੀਂ ਅਮੀਨ ਦੀਵੀ ਦੇ ਨਾਂ ਨਾਲ ਜਾਣਦੇ ਹਾਂ, ਜਿਹੜਾ ਮਿਡਲ ਹਿੱਸਾ ਹੈਗਾ ਉਹਨੂੰ ਲਾਕਾਦੀਪ ਦੇ ਨਾਂ ਨਾਲ ਜਾਣਦੇ ਹਾਂ, ਤੇ ਜਿਹੜਾ ਸਾਊਥ ਹਿੱਸਾ ਹੈਗਾ ਉਹਨੂੰ ਮਿਨੀ ਕੋਏ ਦੇ ਨਾਮ ਨਾਲ ਜਾਣਦੇ ਹਾਂ। ਤੇ ਅਸੀਂ ਦੇਖਾਂਗੇ ਕਿ ਇਹ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਸਾਨੂੰ ਆਈਲੈਂਡ ਦੇਖਣ ਨੂੰ ਮਿਲਦੇ ਨੇ। ਠੀਕ ਹੈ ਜੀ, ਇਹਨਾਂ ਨੂੰ ਅਸੀਂ ਜੇ ਅਸੀਂ ਮਤਲਬ ਧਿਆਨ ਨਾਲ ਸਟੱਡੀ ਕਰਦੇ ਹਾਂ ਤਾਂ ਅਸੀਂ ਇਹਨਾਂ ਨੂੰ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਨਾਰਥ, ਮਿਡਲ ਤੇ ਸਾਊਥ। ਤੇ ਇਹਨਾਂ ਦੇ ਹੀ ਅਲੱਗ-ਅਲੱਗ ਨਾਂ ਨੇਗੇ ਜੋ ਹੁਣ ਤੱਕ ਅਸੀਂ ਸਟੱਡੀ ਕਰੇ ਨੇ। ਦੇ ਵਿੱਚ ਦੇਖਣ ਨੂੰ ਮਿਲਦੇ ਨੇ ਆਈਲੈਂਡ ਗਰੁੱਪ ਆਫ ਬੇ ਆਫ ਬੰਗਾਲ। ਉਹ ਗਰੁੱਪ ਜਿਹੜੇ ਸਾਨੂੰ ਬੇ ਆਫ ਬੰਗਾਲ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਇਹਨਾਂ ਦੀਪਾਂ ਦੀ 250 ਕਿਲੋਮੀਟਰ ਲੰਬੀ ਲੜੀ ਬੰਗਾਲ ਦੀ ਖਾੜੀ ਦੇ ਪੂਰਬ ਵੱਲ ਉੱਤਰ ਦੱਖਣ ਦਿਸ਼ਾ ਵਿੱਚ ਫੈਲੀ ਹੋਈ ਹੈ। ਇਹ 200 ਦੇ ਲਗਭਗ ਦੀਪਾਂ ਵਿੱਚ ਕੁਝ ਦੀਪ ਡੁੱਬੀਆਂ ਹੋਈਆਂ ਪਹਾੜੀਆਂ ਦੀਆਂ ਚੋਟੀਆਂ ਦੇ ਉੱਪਰ ਉੱਠੇ ਭਾਗ ਹਨ ਅਤੇ ਕੁਝ ਜਨਮ ਜਵਾਲਾਮੁਖੀ ਲਾਵੇ ਦਾ ਹੈ। ਕੁਝ ਦਾ ਜਨਮ ਜਵਾਲਾਮੁਖੀ ਲਾਵੇ ਦਾ ਹੈ। ਇਹਨਾਂ ਦੀਪ ਸਮੂਹ ਨੂੰ ਅਸੀਂ 3 ਹੋਰ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ, ਅੰਡੇਮਾਨ ਦੀਪ ਸਮੂਹ, ਨਿਕੋਬਾਰ ਅਤੇ ਹੋਰ ਦੂਸਰੇ ਦੀਪ ਸਮੂਹ। ਬੰਗਾਲ ਦੇ ਵਿੱਚ ਆਈਲੈਂਡ ਸਿਸਟਮ ਦੇਖਣ ਨੂੰ ਮਿਲਦਾ, ਇੱਕ ਚੇਨ ਮਿਲਦੀ ਹੈਗੀ ਜਿਹੜੀ ਕਿ ਉੱਤਰ ਤੋਂ ਲੈ ਕੇ ਦੱਖਣ ਦਿਸ਼ਾ ਦੇ ਵਿੱਚ ਫੈਲੀ ਹੋਈ ਹੈਗੀ। ਠੀਕ ਹੈ ਜੀ, ਉਹਦੇ ਵਿੱਚ ਹੈਗੇ ਜਿਹੜੇ ਸਾਨੂੰ 200 ਦੇ ਲਗਭਗ ਜਿਹੜੇ ਨੇ ਸਾਨੂੰ ਆਈਲੈਂਡ ਦੇਖਣ ਨੂੰ ਮਿਲਦੇ ਨੇ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਆਈਲੈਂਡ ਨੇਗੇ ਉਹ ਪਾਣੀ ਵਿੱਚ ਡੁੱਬੇ ਹੋਏ ਨੇ ਤੇ ਉਹਨਾਂ ਦੀਆਂ ਸਿਰਫ ਚੋਟੀਆਂ ਹੀ ਬਾਹਰ ਨੇ। ਬਹੁਤ ਸਾਰੇ ਆਈਲੈਂਡ ਇਹੋ ਜਿਹੇ ਨੇ ਜਿਹੜੇ ਕਿ ਜਵਾਲਾਮੁਖੀ ਦੇ ਫਟਣ ਨਾਲ ਉਹਨਾਂ ਦਾ ਜਿਹੜਾ ਜਨਮ ਹੋਇਆਗਾ। ਉਹਨਾਂ ਨੂੰ ਅਸੀਂ ਅੱਗੇ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਪਹਿਲਾ ਅੰਡੇਮਾਨ ਦੀਪ ਸਮੂਹ, ਦੂਸਰਾ ਨਿਕੋਬਾਰ ਅਤੇ ਚੌਥਾ ਹੋਰ ਜਿਹੜੇ ਨਾਲ ਲੱਗਦੇ ਹੋਏ ਦੀਪ ਨੇ ਉਹਨਾਂ ਦੀ। ਹੁਣ ਇਕੱਲੇ ਅੰਡੇਮਾਨ ਗਰੁੱਪ ਦੀਆਂ ਦੀਪ ਦੀ ਜਨਸੰਖਿਆ ਜਿਹੜਾ ਇਕੱਲੇ ਅੰਡੇਮਾਨ ਗਰੁੱਪ ਆ ਗਈ ਉਹਨਾਂ ਦੇ ਵਿੱਚ ਜਿਹੜੀ ਸੰਖਿਆ ਹੈਗੀ ਦੀਪਾਂ ਦੀ ਉਹ 120 ਦੇ ਲਗਭਗ ਹੈਗੀ। ਇਹਨਾਂ ਦੇ ਦੱਖਣ ਵਿੱਚ 10 ਡਿਗਰੀ ਚੈਨਲ, 10 ਡਿਗਰੀ ਚੈਨਲ ਤੋਂ ਬਾਅਦ ਨਿਕੋਬਾਰ ਗਰੁੱਪ ਵਿੱਚ ਕੇਵਲ 18 ਦੀਪ ਹੀ ਹਨ, ਜਿਨ੍ਹਾਂ ਵਿੱਚ ਗ੍ਰੇਟ ਨਿਕੋਬਾਰ ਦਾ ਇੰਦਰਾ ਪੁਆਇੰਟ ਅਤੇ ਕੁੱਲ ਭਾਰਤ ਦੇਸ਼ ਦਾ ਦੱਖਣੀ ਸੀਮਾ ਬਿੰਦੂ ਸਥਿਤ ਹੈ। ਇਹਨਾਂ ਤੋਂ ਇਲਾਵਾ ਇੱਥੇ ਨਾਰਕੋਂਡਮ, ਬੈਰਨ, ਰਟਲੈਂਡ ਅਤੇ ਬਾਰਾਤੰਗ ਜਿਹੇ ਦੀਪ ਸਮੂਹ ਦੇ ਦੀਪ ਵੀ ਮਿਲਦੇ ਹਨ। ਜੇ ਬੇਟਾ ਅਸੀਂ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਉੱਥੇ 120 ਜਿਹੜੇ ਦੀਪ ਸਾਨੂੰ ਦੇਖਣ ਨੂੰ ਮਿਲਦੇ ਨੇ। ਉੱਥੇ 10 ਡਿਗਰੀ ਚੈਨਲ ਆ ਜਿਹੜਾ ਉਹ ਨਿਕਲਦਾ ਹੈਗਾ, ਜਿਹੜਾ ਕਿ ਸਾਨੂੰ ਅੰਡੇਮਾਨ ਤੇ ਨਿਕੋਬਾਰ ਨੂੰ ਅਲੱਗ ਕਰਦਾ ਹੈਗਾ। ਜਿਹੜੇ ਅੰਡੇਮਾਨ ਦੇ ਵਿੱਚ 120 ਦੀਪ ਨੇਗੇ ਤੇ ਜੇ 10 ਡਿਗਰੀ ਤੋਂ ਬਾਅਦ ਜਿਹੜਾ ਨਿਕੋਬਾਰ ਦਾ ਬਣਦਾ ਹੈਗਾ ਉਹਦੇ ਵਿੱਚ 18 ਦੀਪ ਮਿਲਦੇ ਨੇ। ਜਿਹੜਾ ਤੁਹਾਡਾ ਨਿਕੋਬਾਰ ਹੈਗਾ ਉੱਥੇ ਤੁਹਾਨੂੰ ਗ੍ਰੇਟ ਨਿਕੋਬਾਰ ਤੇ ਇੰਦਰਾ ਪੁਆਇੰਟ ਦੇਖਣ ਨੂੰ ਮਿਲਦਾ। ਇੰਦਰਾ ਪੁਆਇੰਟ ਹੈ ਕੀ ਹੈ ਕਿ ਸਾਡੇ ਇੰਡੀਆ ਦਾ ਸਭ ਤੋਂ ਨਦਰਨ ਟਿਪ ਜਾਂ ਪੁਆਇੰਟ, ਜਿੱਥੇ ਤੱਕ ਅਸੀਂ ਇੰਡੀਆ ਨੂੰ ਕੰਸੀਡਰ ਕਰਦੇ ਹਾਂ ਵੀ ਹਾਂਜੀ ਇੰਡੀਆ ਉਰੇ ਤੱਕ ਫੈਲਿਆ ਹੈ, ਉਸ ਪੁਆਇੰਟ ਨੂੰ ਅਸੀਂ ਇੰਦਰਾ ਪੁਆਇੰਟ ਕਹਿੰਦੇ ਆਂਗੇ। ਇਹ ਇੱਕ ਬਹੁਤ ਵੱਡਾ ਮਤਲਬ ਟੂਰਿਸਟ ਪੁਆਇੰਟ ਸੀਗਾ। ਪਹਿਲਾਂ ਲੋਕ ਜਾਂਦੇ ਤੇ ਅੰਡੇਮਾਨ ਨਿਕੋਬਾਰ ਘੁੰਮਣ ਜਾਂਦੇ ਸੀ ਸਮੁੰਦਰ ਵਿੱਚ ਦੀ, ਉੱਥੇ ਜਾ ਕੇ ਆਪਣਾ ਪਾਰਟੀ ਸ਼ਾਰਟੀ ਜਾਂ ਫੰਕਸ਼ਨ ਕਰਦੇ ਸੀ। ਪਰ ਹੋਇਆ ਕਿ 2004 ਦੇ ਵਿੱਚ ਜਦੋਂ ਇੱਥੇ ਬਹੁਤ ਵੱਡਾ ਇੱਕ ਸਮੁੰਦਰ ਦੇ ਵਿੱਚ ਸੁਨਾਮੀ ਆਉਂਦੀਆਂ ਨੇਗੀਆਂ, ਉਹ ਸੁਨਾਮੀ ਨੇ ਇਸ ਦੀਪ ਦੇ ਉੱਤੇ ਜਿੰਨੇ ਵੀ ਟੂਰਿਸਟ ਪੁਆਇੰਟ ਬਣੇ ਹੋਏ ਸੀ ਉਹਨੂੰ ਸਾਰਿਆਂ ਨੂੰ ਤਹਿਸ ਨਹਿਸ ਕਰਤਾ ਤੇ ਪਾਣੀ ਦੇ ਵਿੱਚ ਡੁੱਬ ਗਿਆ। ਠੀਕ ਹੈ ਜੀ, ਹੁਣ ਅਗਲਾ ਨੈਕਸਟ ਬੇਟਾ ਸਾਡਾ ਹੈਗਾ ਤੱਟ ਦੇ ਨੇੜੇ ਦੇ ਦੀਪ।
ਮਤਲਬ ਔਨ ਸ਼ੋਰ ਆਈਲੈਂਡ ਮਤਲਬ ਉਹ ਆਈਲੈਂਡ ਜਿਹੜੇ ਸਾਨੂੰ ਤੱਟ ਦੇ ਬਹੁਤ ਜ਼ਿਆਦਾ ਨੇੜੇ ਦੇਖਣ ਨੂੰ ਮਿਲਦੇ ਨੇ। ਇਹਨਾਂ ਦੀਪਾਂ ਵਿੱਚ ਗੰਗਾ ਦੇ ਡੈਲਟਾ ਦੇ ਪਾਸ ਸਾਗਰ, ਸੌਰਟ, ਵਹਿਲੂਰ, ਨਿਊਮੁਰ ਆਦਿ ਦੇ ਦੀਪ ਮਿਲਦੇ ਹਨ। ਇਹਨਾਂ ਵਿੱਚ ਚਿਲਕਾ ਦੇ ਪਾਸ ਭਾਰਸਾ, ਤਾਮਿਲਨਾਡੂ ਦੇ ਦੱਖਣੀ ਤੱਟ ਤੇ ਪਾਮਬਨ ਜਿਹੜੇ ਵੱਡੇ ਖੇਤਰ ਨੇਗੇ ਸਾਨੂੰ ਜਾਂ ਵੱਡੇ ਦੀਪ ਨੇ ਉਹ ਦੇਖਣ ਨੂੰ ਮਿਲਦੇ ਨੇਗੇ। ਖੰਬਾਤ ਅਤੇ ਕੱਛ ਦੀਆਂ ਖਾੜੀਆਂ ਵਿੱਚ ਬਹੁਤ ਸਾਰੇ ਵੱਖੋ ਵੱਖਰੇ ਆਕਾਰ ਦੇ ਦੀਪ ਮਿਲਦੇ ਨੇਗੇ। ਇੱਥੇ ਬੇਟਾ ਗੱਲ ਕੀਤੀ ਜਾ ਰਹੀ ਹੈ ਹੁਣ ਉਹਨਾਂ ਦੀਪਾਂ ਦੀ, ਉਹਨਾਂ ਆਈਲੈਂਡ ਦੀ ਜਿਹੜੀ ਸਾਨੂੰ ਮੇਨਲੈਂਡ ਦੇ ਬਹੁਤ ਜ਼ਿਆਦਾ ਨੇੜੇ ਨੇਗੇ। ਇੱਥੇ ਇਹ ਗੱਲ ਕਰ ਰਹੇ ਨੇ ਕਿ ਗੰਗਾ ਮੈਦਾਨ ਜਾਂ ਗੰਗਾ ਦਾ ਜਿਹੜਾ ਡੈਲਟਾ ਉਹਦੇ ਵਿੱਚ ਸਾਨੂੰ ਜਿਹੜੇ ਮਿਲਦੇ ਨੇਗੇ ਉਹਨਾਂ ਨੂੰ ਸੌਰਟ, ਵਹਿਲੂਰ, ਨਿਊਮੁਰ ਦੇ ਦੀਪ ਦੇ ਨਾਂ ਨਾਲ ਜਾਣਦੇ ਹਾਂ। ਉਸ ਤੋਂ ਇਲਾਵਾ ਜਿਹੜੇ ਸਾਨੂੰ ਚਿਲਕਾ, ਜੋ ਅਸੀਂ ਲੇਕ ਦੀ ਉੱਪਰ ਗੱਲ ਕਰੀ ਸੀਗੀ, ਉਹਦੇ ਕੋਲ ਜਿਹੜੇ ਸਾਨੂੰ ਆਈਲੈਂਡ ਮਿਲਦੇ ਨੇ ਦੇਖਣ ਨੂੰ, ਉਹ ਭਾਰਸਾ ਤਾਮਿਲਨਾਡੂ ਦੇ ਤੱਟ ਦੇ ਉੱਤੇ ਸਾਨੂੰ ਪਾਮਬਨ ਤੇ ਕ੍ਰੋਕੋਡਾਈਲ ਜਿਹੜੇ ਦੀਪ ਸਮੂਹ ਦੇਖਣ ਨੂੰ ਮਿਲਦੇ ਨੇ। ਕਿ ਜਦੋਂ ਅਸੀਂ ਮੁੰਬਈ ਦੀ ਗੱਲ ਕਰਦੇ ਹਾਂ, ਮੁੰਬਈ ਤੁਹਾਨੂੰ ਦੱਸਿਆ ਸੀਗਾ ਕਿ ਬਹੁਤ ਜ਼ਿਆਦਾ ਦੀਪਾਂ ਨੂੰ ਮਿਲ ਕੇ ਹੀ ਮੁੰਬਈ ਬਣਿਆ। ਉੱਥੇ ਇਹ ਕੀਤੀ ਕਿ ਛੋਟੇ ਛੋਟੇ ਦੀਪਾਂ ਦਾ ਇੱਕ ਗਰੁੱਪ ਸੀਗਾ, ਅੰਗਰੇਜ਼ ਆਏ, ਉਹਨਾਂ ਨੇ ਕੀ ਕੀਤਾ ਕਿ ਇੱਥੋਂ ਦੇ ਜਿਹੜੇ ਦੀਪਾਂ ਦੇ ਵਿਚਾਲੇ ਪਾਣੀ ਸੀਗਾ ਉਹਨਾਂ ਨੂੰ ਪਾਣੀ ਨੂੰ ਵਿੱਚੋਂ ਕੱਢ ਕੇ ਮਿੱਟੀ ਭਰਤੀ। ਜਿਵੇਂ ਆਪਾਂ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਪਿੰਡਾਂ ਦੇ ਵਿੱਚ ਟੋਬੇ ਹੁੰਦੇ ਨੇ, ਉਹਨਾਂ ਵਿੱਚ ਥੋੜੀ ਥੋੜੀ ਮਿੱਟੀ ਪਾ ਪਾ ਕੇ ਇੱਕ ਦਿਨ ਕੀ ਕਰਦੇ ਨੇ, ਟੋਬਾ ਬੰਦ ਕਰ ਦਿੰਦੇ ਨੇ। ਇਸੇ ਤਰ੍ਹਾਂ ਕੀ ਹੋਇਆ, ਮੁੰਬਈ ਦੇ ਵਿੱਚ ਬਹੁਤ ਸਾਰੇ ਆਈਲੈਂਡ ਸਿਸਟਮ ਤੇ ਉਹਨਾਂ ਨੇ, ਅੰਗਰੇਜ਼ਾਂ ਨੇ ਦੋ ਆਈਲੈਂਡਸ ਦੇ ਵਿਚਾਲੇ ਦਾ ਪਾਣੀ ਕੱਢ ਕੇ ਉਹਦੇ ਵਿੱਚ ਮਿੱਟੀ ਪਾ ਕੇ ਇਹਨਾਂ ਨੂੰ ਪੂਰਾ ਇੱਕ ਮੇਨਲੈਂਡ ਦੇ ਨਾਲ ਜੋੜਤਾ। ਠੀਕ ਹੈ ਜੀ। ਹੁਣ ਜਦੋਂ ਇਹ ਆਈਲੈਂਡ ਤਾਂ ਮੁੰਬਈ ਦੇ ਅੱਜ ਵੀ ਉਹਦੇ ਮੁੰਬਈ ਦੇ ਨਾਲ ਸਾਨੂੰ ਕੁਝ ਕੁ ਆਈਲੈਂਡ ਜਿਹੜੇ ਥੋੜੇ ਜਿਹੇ ਦੂਰ ਨੇਗੇ, ਉੱਥੇ ਇੰਨੀ ਮਤਲਬ ਪੋਸੀਬਲ ਹੈ ਹੀ ਨਹੀਂਗਾ ਵਿਚਾਲ ਦਾ ਪਾਣੀ ਅਸੀਂ ਕੱਢ ਕੇ ਉਹਦੇ ਵਿੱਚ ਮਿੱਟੀ ਪਾ ਦਈਏ, ਤਾਂ ਉਹਨਾਂ ਆਈਲੈਂਡਸ ਨੂੰ ਅਸੀਂ ਐਲੀਫੈਂਟਾ ਦੇ ਨਾਂ ਨਾਲ ਜਾਣਦੇ ਹਾਂ। ਇਸ ਤੋਂ ਇਲਾਵਾ ਜੇ ਅਸੀਂ ਗੁਜਰਾਤ ਦੀ ਗੱਲ ਕਰਦੇ ਹਾਂ ਤਾਂ ਸਾਡੀ ਯੂਨੀਅਨ ਟੈਰੀਟਰੀ ਹੈ ਇੱਕ ਦੀਪ ਤੇ ਦਮਨ, ਉੱਥੇ ਵੀ ਇੱਕ ਆਈਲੈਂਡ ਦੇਖਣ ਨੂੰ ਮਿਲਦੇ ਨੇ। ਉਸ ਤੋਂ ਇਲਾਵਾ ਬੇਟਾ ਖੰਬਾਤ ਤੇ ਕੱਛ ਦੀਆਂ ਜਿਹੜੀਆਂ ਖਾੜੀਆਂ ਨੇਗੀਆਂ ਗੁਜਰਾਤ ਦੇ ਵਿੱਚ ਮਿਲਦੀਆਂ ਨੇ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਆਈਲੈਂਡ ਦੇਖਣ ਨੂੰ ਮਿਲਦੇ ਨੇਗੇ। ਤਾਂ ਇਹ ਸੀ ਬੇਟਾ ਸਾਡਾ ਚੈਪਟਰ ਜਿਹੜਾ ਅਸੀਂ ਹੁਣ ਤੱਕ ਆਪਣਾ ਇੰਡੀਆ ਨੂੰ ਸਮਝਿਆਗਾ ਕਿ ਇੰਡੀਆ ਦਾ ਜਿਹੜਾ ਸਾਡਾ ਲੈਂਡ ਸਿਸਟਮ ਹੈ ਕੀ ਹੈਗਾ, ਅਸੀਂ ਇੰਡੀਆ ਨੂੰ ਕਿਵੇਂ ਪੜ੍ਹ ਸਕਦੇ ਹਾਂ। ਤਾਂ ਬੇਟਾ ਤੁਹਾਨੂੰ ਜੇ ਇਹ ਹੁਣ ਤੱਕ ਦੇ ਜਿੰਨੇ ਚੈਪਟਰ ਨੇ ਵਧੀਆ ਲੱਗੇ ਹੋਣ, ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ